ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਮਨਦੀਪ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਪੰਜਾਬ ਕਾਂਗਰਸ ਤੋਂ। ਪੰਜਾਬ ਕਾਂਗਰਸ ਬਾਰੇ ਕਿਉਂਕਿ ਇਸ ਟਾਈਮ ਲੋਕਾਂ ਦੀਆਂ ਨਜ਼ਰਾਂ ਅਕਾਲੀ ਦਲ ਤੇ ਤੇ ਕਾਂਗਰਸ ਬਾਰੇ ਖਬਰਾਂ ਘੱਟ ਹੀ ਆ ਰਹੀਆਂ ਸਨ, ਪਰ ਫਿਰ ਵੀ ਹੁਣ ਇੱਕ ਵਾਰ ਫਿਰ ਤੋਂ ਪ੍ਰਧਾਨਗੀ ਨੂੰ ਲੈ ਕੇ ਚਰਚਾ ਛਿੜੀ ਹੈ। ਪਰ ਚਰਚਾ ਦੇ ਦਰਮਿਆਨ ਜਿਹੜਾ ਇੱਕ ਨਾਂ ਉਹ ਬੜਾ ਹੈਰਾਨ ਕਰ ਰਿਹਾ ਕਿ ਵਾਕਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਮੁੜ ਦਾਅਵੇਦਾਰ ਬਣ ਗਏ ਨੇ ਸੁਨੀਲ ਜਾਖੜ ਤੇ ਸਿੰਗਲਾ ਵੀ ਦੱਸਦੇ ਦੌੜ ਦੇ ਵਿੱਚ ਨੇ। ਬਿਲਕੁਲ ਪ੍ਰਵੀਨ ਜੀ, ਇਹ ਸਹੀ ਹੈ ਕਿ ਸੁਨੀਲ ਜਾਖੜ ਇੱਕ ਵਾਰ ਫੇਰ ਉਸ ਦੌੜ ਦੇ ਵਿੱਚ ਸ਼ਾਮਲ ਨੇ, ਜਾਂ ਉਹਨਾਂ ਦਾ ਨਾਮ ਸ਼ਾਮਲ ਹੈ ਕਿ ਉਹ ਪੰਜਾਬ ਕਾਂਗਰਸ ਦੇ ਮੁੜ ਕੇ ਪ੍ਰਧਾਨ ਬਣ ਸਕੇ। ਅਸਲ ਦੇ ਵਿੱਚ ਤਾਂ ਆਮ ਚੋਣਾਂ ਤੋਂ ਬਾਅਦ ਮਤਲਬ ਰਾਜਾ ਵੜਿੰਗ ਨੂੰ ਲੱਗੇਗਾ ਕਿ ਮੈਂ ਆਪ ਵੀ ਜਿੱਤਿਆ ਤੇ ਮੇਰੀ ਪਾਰਟੀ ਵੀ ਪੰਜਾਬ 'ਚ ਸਾਰਿਆਂ ਨਾਲੋਂ ਵੱਧ ਸੀਟਾਂ ਲੈ ਕੇ ਗਈ ਆ, ਇਸ ਲਈ ਮੇਰੀ ਪ੍ਰਧਾਨਗੀ ਨੂੰ ਕੋਈ ਖਤਰਾ ਨਹੀਂਗਾ। ਪਰ ਦੂਸਰੇ ਪਾਸੇ ਪ੍ਰਤਾਪ ਬਾਜਵਾ ਆਪਣੀ ਹੋਂਦ ਤੇ ਕਾਇਮ ਨੇ। ਸੋ ਇੱਧਰ ਚਰਨਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਵੀ ਹੈਗੇ ਨੇ ਕਿ ਮੈਂ ਵੀ ਹਾਂ। ਇਹ ਅਸਲੀ ਲੜਾਈ ਹੁਣ ਕਾਂਗਰਸ ਦੇ ਅੰਦਰ ਇੱਕ ਠੰਡੀ ਜੰਗ ਜਿਹੜੀ ਚੱਲ ਰਹੀ ਹੈ, ਉਹ ਚੱਲ ਰਹੀ ਹੈ ਮੁੱਖ ਮੰਤਰੀ ਦੇ ਚਿਹਰੇ ਲਈ। ਜੀ ਕਿ ਅਗਲੀ ਵਾਰ 2027 ਦੇ ਵਿੱਚ ਪੰਜਾਬ ਕਾਂਗਰਸ ਚੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇ। ਪ੍ਰਤਾਪ ਬਾਜਵਾ ਕਹਿੰਦਾ ਮੈਂ ਦੌੜ 'ਚ ਹਾਂ, ਰਾਜਾ ਵੜਿੰਗ ਕਹਿੰਦਾ ਮੈਂ ਦੌੜ 'ਚ ਹਾਂ, ਤੇ ਚਰਨਜੀਤ ਚੰਨੀ ਕਹਿੰਦੇ ਮੈਂ ਤਾਂ ਪਹਿਲਾਂ ਵੀ ਮੁੱਖ ਮੰਤਰੀ ਰਿਹਾ, ਇਸ ਲਈ ਮੈਂ ਸਭ ਤੋਂ ਮੂਹਰੇ ਦੌੜ 'ਚ ਹਾਂ। ਤੇ ਕਾਂਗਰਸ ਦੀ ਇਸ ਸਮੇਂ ਜਿਹੜੀ ਨਜ਼ਰ ਆ ਉਹ ਪੰਜਾਬ ਦੇ ਵਿੱਚ ਇਸ ਪਹਿਲੂ ਤੇ ਹੈ ਕਿ ਬੀਜੇਪੀ ਜਿਵੇਂ ਪੰਜਾਬ 'ਚ ਐਂਟਰ ਕਰ ਰਹੀ ਆ ਤੇ ਬੀਜੇਪੀ ਦਾ ਫੋਕਸ ਜਿਵੇਂ ਪੰਜਾਬ ਦੇ ਹਿੰਦੂ ਦੇ ਨਾਲ ਨਾਲ, ਵਪਾਰੀ ਦੇ ਨਾਲ ਨਾਲ SC-BC ਭਾਈਚਾਰੇ ਤੇ ਹੋ ਰਿਹਾ। ਕਾਂਗਰਸ ਨੂੰ ਲੱਗਦਾ ਕਿ ਸਾਡਾ ਜੀ ਆਹ ਕੋਰ ਗਰੁੱਪ ਗਿਆ ਜੀ, ਕਿਉਂਕਿ ਕਾਂਗਰਸ ਵੀ ਆਪਣਾ ਹੀ ਦਾਅਵਾ ਮੰਨ ਕੇ ਚੱਲਦੀ ਹੈ ਨਾ ਕਿ ਸ਼ਹਿਰਾਂ ਦੇ ਵਿੱਚ SC-BC ਭਾਈਚਾਰਾ ਸਾਡੇ ਨਾਲ ਵੱਧ ਹੈ, ਸ਼ਹਿਰੀ ਹਿੰਦੂ ਸਾਡੇ ਨਾਲ ਵੱਧ ਹੈ, ਪਿੰਡਾਂ 'ਚ ਵੀ ਸਾਡੇ ਕੋਲ ਹਿੰਦੂ ਵੀ ਹੈਗਾ। ਤੋਂ ਇਸ ਤਰ੍ਹਾਂ ਉਹਨੂੰ ਲੱਗਦਾ ਕਿ ਸਾਡੇ ਕੋਲ ਵਰਗ ਹੈਗਾ। ਤੇ ਅਕਾਲੀ ਦਲ ਜੇ ਪਿੰਡਾਂ 'ਚ ਸੀਗੀ ਪਕੜ, ਅਕਾਲੀ ਦਲ ਦੀ ਪਕੜ ਕਮਜ਼ੋਰ ਹੋ ਰਹੀ ਹੈ ਤੇ ਉਹ ਵੋਟ ਬੈਂਕ ਕਿਸੇ ਕੋਲ ਸ਼ਿਫਟ ਹੋਣਾ। ਤੇ ਆਮ ਆਦਮੀ ਪਾਰਟੀ ਵੀ SC ਭਾਈਚਾਰੇ ਨੂੰ ਲੈ ਕੇ ਜਾਂ ਮਤਲਬ ਆਪਣੇ ਆਪ ਨੂੰ ਇੱਕ ਆਮ ਪਾਰਟੀ ਕਿਸੇ ਧਰਮ ਜਾਤ ਤੋਂ ਉੱਪਰ ਉੱਠ ਕੇ ਦਿਖਾਉਣ ਦੇ ਦਾਅਵਿਆਂ ਦੇ ਵਿੱਚ ਉਹ ਵੀ ਆਪਣੀ ਇਸੇ ਖੇਤਰ 'ਚ ਨਜ਼ਰਸਾਨੀ ਕਰੀ। ਸੋ ਕਾਂਗਰਸ ਨੂੰ ਲੱਗਿਆ ਕਿਤੇ ਕਿ ਸਾਡਾ ਇਹ ਭਾਈਚਾਰਾ ਸਾਤੋਂ ਸਾਰਾ ਦੂਰ ਨਾ ਹੋ ਜਾਵੇ, ਉਹਨੂੰ ਨਾਲ ਲਿਆਉਣ ਦੇ ਲਈ ਇਸ ਤੇ ਚਰਚਾ ਚੱਲੀ ਕਿ ਆਪਾਂ SC ਭਾਈਚਾਰੇ 'ਚੋਂ ਜਾਂ ਹਿੰਦੂ ਭਾਈਚਾਰੇ 'ਚੋਂ ਇੱਕ ਅਹੁਦਾ ਜ਼ਰੂਰ ਦਿਓ ਕਿ ਆਪਣੇ ਦੋਏ ਅਹੁਦੇ ਨੇ ਪੰਜਾਬ 'ਚ ਕਾਂਗਰਸ ਦੇ, ਕਹਿੰਦੇ ਦੋਏ ਜੱਟ ਸਿੱਖ ਭਾਈਚਾਰੇ ਕੋਲ ਨੇ। ਮਤਲਬ ਵਿਰੋਧੀ ਧਿਰ ਦਾ ਲੀਡਰ ਉਹ ਪ੍ਰਤਾਪ ਬਾਜਵਾ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ। ਸੋ ਇਸ ਤੋਂ ਜਦੋਂ ਚਰਚਾ ਚੱਲੀ ਤਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੱਗਿਆ ਕਿ ਜੇ ਮੇਰੇ ਤੋਂ ਪ੍ਰਧਾਨਗੀ ਲੈਣੀ ਹੋ ਹੈ ਤਾਂ ਮੈਂ ਕਿਸੇ ਆਪਣੇ ਬੰਦੇ ਨੂੰ ਬਣਾਵਾਂ। ਤੇ ਵਿਜੇਂਦਰ ਸਿੰਗਲਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੋਏ ਰਾਹੁਲ ਦੀ ਗੁੱਡ ਬੁੱਕ 'ਚ ਨੇ। ਜੀ ਬਿਲਕੁਲ, ਹੈ ਨਾ। ਤੇ ਦੋ ਇੱਕ ਗਰੁੱਪ 'ਚ ਨੇ, ਦੋਨਾਂ ਦੀ ਆਪਸੀ ਤਾਲਮੇਲ ਵੀ ਬਹੁਤ ਹੈ। ਸੋ ਹੁਣ ਪਤਾ ਲੱਗ ਰਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਵਿਜੇਂਦਰ ਸਿੰਗਲਾ ਦਾ ਨਾਮ ਅੱਗੇ ਵਧਾਇਆ। ਠੀਕ ਹੈ ਕਿ ਹਾਂਜੀ ਜੇ ਬਣਾਉਣਾ ਤਾਂ ਵਿਜੇਂਦਰ ਸਿੰਗਲਾ ਨੂੰ ਬਣਾਓ। ਅੱਛਾ, ਹੁਣ ਰਾਹੁਲ ਗਾਂਧੀ ਦੀ ਗੁੱਡ ਬੁੱਕ ਕੀ ਹੈ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਆਮ ਚੋਣਾਂ ਦੇ ਵਿੱਚ 10 ਕਰੋੜ ਪਾਰਟੀ ਫੰਡ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਰਾਹੁਲ ਗਾਂਧੀ ਨੇ ਉਪਲਬਧ ਕਰਵਾਇਆ। 7 ਕਰੋੜ ਪਾਰਟੀ ਫੰਡ ਵਿਜੇਂਦਰ ਸਿੰਗਲਾ ਲਈ ਉਪਲਬਧ ਕਰਾਇਆ। ਠੀਕ ਹੈ। 5 ਕਰੋੜ ਪਾਰਟੀ ਫੰਡ ਰਾਹੁਲ ਗਾਂਧੀ ਨੇ ਚੇਚੇ ਤੌਰ ਤੇ ਚਰਨਜੀਤ ਚੰਨੀ ਲਈ ਉਪਲਬਧ ਕਰਾਇਆ। ਹੁਣ ਤਿੰਨੇ ਦਾ ਤਾਂ ਰਾਹੁਲ ਗਾਂਧੀ ਦੇ ਖਾਸ ਨੇ, ਪਰ ਚੰਨੀ ਤੇ ਅਮਰਿੰਦਰ ਵੜਿੰਗ ਤੇ ਵਿਜੇਂਦਰ ਸਿੰਗਲਾ ਇਹ ਅੱਡੋ ਅੱਡ ਗਰੁੱਪ 'ਚ ਨੇ। ਮਤਲਬ ਵੜਿੰਗ ਤੇ ਸਿੰਗਲਾ ਇੱਕ ਪਾਸੇ ਹੈ, ਚੰਨੀ ਇੱਕ ਪਾਸੇ ਹੈ। ਇਸ ਲਈ ਹੁਣ ਜਦੋਂ ਸਿੰਗਲੇ ਦਾ ਨਾਮ ਚੱਲਦਾ ਜੀ ਤਦ ਇੱਕ ਗਰੁੱਪ ਨੇ ਦਵੇ ਸੁਰ ਦੇ ਵਿੱਚ ਰਾਹੁਲ ਗਾਂਧੀ ਕੋਲੇ ਸੁਨੇਹਾ ਪਹੁੰਚਾਇਆ ਕਿ ਜਨਾਬ ਜਾਖੜ ਨੂੰ ਲਿਆਓ। ਠੀਕ ਹੈ।
ਤੁਹਾਡਾ ਹਿੰਦੂ ਚਿਹਰੇ ਵਾਲਾ ਮਸਲਾ ਵੀ ਹੱਲ ਹੋ ਜੂ, ਤੁਹਾਡਾ ਪਿੰਡੂ ਚਿਹਰੇ ਵਾਲਾ ਮਸਲਾ ਵੀ ਹੱਲ ਹੋ ਜੂ, ਕਿਸਾਨੀ ਵਾਲੀ ਵੋਟ ਬੈਂਕ ਵੀ ਉਹਦੇ ਕੋਲ ਹੈਗੀ ਆ, ਉਹਦੇ ਕੋਲ ਵਜਨ ਵੀ ਹੈਗਾ, ਆਪਣਾ ਪੁਰਾਣਾ ਲੀਡਰ ਵੀ ਆ, ਤੇ ਭਾਜਪਾ ਨੂੰ ਆਪਾਂ ਸੱਟ ਮਾਰਨ ਚ ਵੀ ਕਾਮਯਾਬ ਹੋ ਜਾਾਂਗੇ। ਇਹ ਸਾਰੇ ਫਾਰਮੂਲੇ ਸੁਝਾਏ ਜੀ। ਇੱਥੋਂ ਤੱਕ ਪਤਾ ਲੱਗ ਰਿਹਾ ਕਿ ਤ੍ਰਿਪਤਿੰਦਰ ਬਾਜਵਾ ਹੋਰੀ, ਸੁਖਜਿੰਦਰ ਰੰਧਾਵਾ ਹੋਰੀ, ਸੋਨੀ ਹੋਰੀ ਜਾਂ ਕੁਝ ਹੋਰ ਲੀਡਰ, ਇੱਥੋਂ ਤੱਕ ਕਿ ਸਾਡੇ ਹਾਕੀ ਦੇ ਕਪਤਾਨ ਰਹੇ ਪ੍ਰਗਟ ਸਿੰਘ ਕਹਿੰਦੇ ਬੈਟਿੰਗ ਕਰ ਰਿਹਾ ਜਾਖੜ ਹੋਰਾਂ ਵੱਲੋਂ। ਅੱਛਾ, ਇਹ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਹਾਂ ਜਾਖੜ ਨੂੰ ਵਾਪਸ ਲਿਆਂਦਾ ਜਾਵੇ। ਪਤਾ ਇਹ ਲੱਗਿਆ ਕਿ ਰਾਹੁਲ ਗਾਂਧੀ ਨੂੰ ਇਹ ਸੁਝਾਅ ਦਿੱਤਾ ਗਿਆ ਕਿ ਜਨਾਬ ਜਾਖੜ ਸਾਹਿਬ ਆ ਜਾਣਗੇ, ਤੁਸੀਂ ਇੱਕ ਵਾਰ ਫੋਨ ਕਰ ਲਓ। ਠੀਕ ਆ। ਹੁਣ ਇਹ ਕੀ ਕਿਸੇ ਧਿਰ ਨੇ, ਕਿਸੇ ਗਰੁੱਪ ਨੇ ਸਿਰਫ ਨਾਮ ਚਲਾਇਆ ਕਾਂਗਰਸ ਦੇ ਵਿੱਚ ਜਾਖੜ ਦਾ, ਜਾਂ ਜਾਖੜ ਨਾਲ ਤਾਲਮੇਲ ਵੀ ਕਰ ਗਏ ਨੇ ਅੰਦਰ ਖਾਤੇ? ਉਹ ਕਨੈਕਸ਼ਨ ਤਾਂ ਪੁਰਾਣੇ ਹੋਣਗੇ, ਇਹਨਾਂ ਤਾਂ ਕੋਈ ਇਹੋ ਜਿਹਾ ਕੁਝ ਹੋ ਗਿਆ ਹੋਵੇ। ਸੋ ਜਿਹੜਾ ਆਹ ਗੱਲ ਕਹੀ ਆ ਰਾਹੁਲ ਗਾਂਧੀ ਨੂੰ ਕਿ ਜੇ ਤੁਸੀਂ ਫੋਨ ਕਰੋਗੇ ਤਾਂ ਜਾਖੜ ਦਾ ਆਉਣਾ ਤੈਅ ਆ, ਤੁਸੀਂ ਇੱਕ ਵਾਰ ਫੋਨ ਕਰ ਦਿਓ, ਇਹਦਾ ਮਤਲਬ ਕੁਝ ਚੱਲ ਰਿਹਾ। ਹੁਣ ਇਸ ਗੱਲ ਨੂੰ ਲੈ ਕੇ ਪ੍ਰਤਾਪ ਬਾਜਵਾ, ਚੰਨੀ ਹੋਰੀ ਫਿਕਰਮੰਦ ਹੋਣਗੇ, ਰਾਜਾ ਵੜਿੰਗ ਫਿਕਰਮੰਦ ਹੋਣਗੇ ਕਿ ਵੀ ਅਸੀਂ ਤਾਂ 3 ਪਹਿਲਾਂ ਹੀ ਦੌੜ ਚ ਮੁੱਖ ਮੰਤਰੀ ਦੇ ਚਿਹਰੇ ਲਈ, ਜੇ ਸੁਨੀਲ ਜਾਖੜ ਆ ਗਿਆ ਫਿਰ ਦਾਅਵੇਦਾਰ ਬਣੂਗਾ, ਤੇ ਹੋ ਸਕਦਾ ਐਕਟਿਵ ਕੁਝ ਸ਼ਰਤਾਂ ਤੇ ਆ ਜਾਵੇ, ਕਿਉਂਕਿ ਜਿਹੜੀ ਕਿਸੇ ਸਮੇਂ ਮਤਲਬ ਅਗਲੇ ਨੂੰ ਬਿਨਾਂ ਕਿਸੇ ਕਾਰਨ ਤੋਂ ਤੁਸੀਂ ਪਾਰਟੀ ਤੋਂ ਪ੍ਰਧਾਨਗੀ ਖੋਲੀ, ਹਾਂਜੀ, ਫਿਰ ਬਿਲਕੁਲ ਉਹਨੂੰ ਬਣਾਇਆ ਪਹਿਲਾਂ ਨਵਜੋਤ ਸਿੱਧੂ ਨੂੰ, ਹੈ ਨਾ, ਫਿਰ ਤੁਸੀਂ ਮੁੱਖ ਮੰਤਰੀ ਦੇ ਵਾਲੀ ਗੱਲ ਕਰਕੇ ਉਹ ਅਹੁਦਾ ਮਿਲਦਾ ਅਗਲੇ ਤੋਂ ਰਹਿ ਗਿਆ, ਸੋ ਉਹ ਨਾਰਾਜ਼ਗੀ ਉਹਨੂੰ ਉੱਧਰ ਲੈ ਗਈ। ਅੱਛਾ, ਦੂਸਰੀ ਜਿਹੜੀ ਰਾਹੁਲ ਗਾਂਧੀ ਕੋਲ ਇਹ ਸੁਨੇਹਾ ਪਹੁੰਚਦਾ ਕੀਤਾ ਗਿਆ, ਉਹਦੇ ਨਾਲ ਕੁਝ ਕਹਿੰਦੇ ਅਜਿਹੇ ਹਵਾਲੇ ਦੇ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਜਨਾਬ ਖੁਦ ਸੁਨੀਲ ਜਾਖੜ ਘੁਟਨ ਮਹਿਸੂਸ ਕਰਦੇ ਆ ਭਾਜਪਾ ਚ। ਠੀਕ ਆ। ਕਿ ਉੱਥੇ ਉਹਨਾਂ ਦਾ ਚਾਹੇ ਉਹਨਾਂ ਨੂੰ ਅਹੁਦਾ ਮਿਲ ਗਿਆ, ਰੁਤਬਾ ਮਿਲ ਗਿਆ, ਦਫ਼ਤਰ ਮਿਲ ਗਿਆ, ਸਾਰਾ ਕੁਝ ਮਿਲ ਗਿਆ, ਪਰ ਉਹ ਉਸ ਮਾਹੌਲ ਚ ਢਲ ਨਹੀਂ ਪਾ ਰਹੇ ਜੋ ਕਾਂਗਰਸੀ ਮਾਹੌਲ ਸੀਗਾ, ਉੱਥੇ ਭਾਜਪਾਈ ਮਾਹੌਲ ਉਵੇਂ ਦਾ ਨਹੀਂ ਹੈਗਾ। ਸੋ ਇਹ ਇਸ ਲਈ ਕਹਿੰਦੇ ਲੰਮਾ ਸਮਾਂ ਇੱਧਰ ਰਹੇ ਨੇ, ਉਹ ਵੀ ਸੁੱਖ ਦਾ ਸਾਹ ਲੈ ਲੈਣਗੇ ਤੇ ਆਪਣੀ ਪਾਰਟੀ ਨੂੰ ਵੀ ਸਾਹ ਆਜੂਗਾ। ਪਰ ਦੂਸਰੇ ਪਾਸੇ ਇੱਧਰ ਰਾਜਾ ਵੜਿੰਗਰ ਵਾਲੀ ਧਿਰ ਇਹ ਜ਼ੋਰ ਮਾਰ ਰਹੀ ਹੈ ਕਿ ਜੇ ਹਿੰਦੂ ਚਿਹਰਾ ਹੀ ਬਣਾਉਣਾ ਫਿਰ ਵਿਜੇਂਦਰ ਸਿੰਗਲਾ ਬਣਾਓ ਜੀ, ਉਹ ਭਰੋਸੇਯੋਗ ਥੋੜਾ, ਉਹ ਤਾਂ ਭਰੋਸਾ ਤੋੜ ਗਿਆ ਆਪਣਾ, ਉਹ ਤਾਂ ਪਾਰਟੀ ਨੂੰ ਛੱਡ ਕੇ ਗਿਆ, ਦੁਬਾਰਾ ਕੀ ਗਰੰਟੀ ਹੈ ਜੀ ਉਹ ਫਿਰ। ਸੋ ਇਹ ਸਾਰੇ ਪਹਿਲੂਆਂ ਤੇ ਚਰਚਾ ਚੱਲ ਰਹੀ ਹੈ। ਇਹਦਾ ਮਤਲਬ ਇੰਨਾ ਤਾਂ ਸਾਫ਼ ਹੈ ਕਿ ਪ੍ਰਧਾਨ ਤਾਂ ਨਵਾਂ ਮਿਲਣ ਵਾਲਾ ਪੰਜਾਬ ਕਾਂਗਰਸ ਨੂੰ, ਹੈ ਨਾ, ਉਹ ਤਾਂ ਬਣੇਗਾ ਹੀ ਬਣੇਗਾ ਕੋਈ। ਹੁਣ ਦੇਖਣਾ ਹੀ ਹੋਵੇਗਾ ਵਿਜੇਂਦਰ ਸਿੰਗਲਾ ਜਾਂ ਮੁੜ ਕੇ ਸੁਨੀਲ ਜਾਖੜ ਜਾਂ ਫਿਰ ਇਹਨਾਂ ਦੋਵਾਂ ਤੋਂ ਬਿਨਾਂ ਵੀ ਕੋਈ ਹੋਰ। ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਚਲੋ ਕੁਝ ਕਹਿ ਨਹੀਂ ਸਕੀ ਸੀ, ਪਰ ਪੁਲਿਸ ਵੱਲੋਂ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਅਗਲੇ ਦਿਨ ਹੀ, ਡੀਜੀਪੀ ਆਏ ਸੀ ਔਰ ਉਹਨਾਂ ਨੇ ਬਹੁਤ ਸਖਤ ਤੇ ਬਹੁਤ ਗੰਭੀਰ ਹੋ ਕੇ ਇਸ ਗੱਲ ਤੋਂ ਇਨਕਾਰ ਕੀਤਾ ਸੀਗਾ ਕਿ ਇਹ ਪੰਜਾਬ 'ਚ ਨਹੀਂ ਹੋਈ। ਹੁਣ ਦੱਸਦੇ ਆ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਆ ਉਹ ਪੰਜਾਬ ਦੇ ਖਰੜ ਦੇ ਵਿੱਚ ਹੋਈ ਹੈ ਜੀ। ਬਿਲਕੁਲ ਜੀ। ਲਾਰੈਂਸ ਬਿਸ਼ਨੋਈ ਦੀਆਂ 2 ਇੰਟਰਵਿਊਆਂ ਹੋਈਆਂ, ਦੋਵਾਂ ਦਾ ਸਿੱਟ ਨੇ ਖੁਲਾਸਾ ਕਰ ਦਿੱਤਾ ਹੈ। ਠੀਕ ਹੈ ਜੀ। ਸਿੱਟ ਨੇ ਸੀਲਬੰਦ ਆਪਣੀ ਰਿਪੋਰਟ ਹਾਈ ਕੋਰਟ 'ਚ ਜਮ੍ਹਾਂ ਕਰਾਈ ਸੀ। ਜਦੋਂ ਉਹ ਸੀਲਬੰਦ ਲਿਫਾਫਾ ਖੋਲਿਆ ਗਿਆ ਤਾਂ ਉਹਦੇ ਵਿੱਚ ਸਪਸ਼ਟ ਹੋ ਗਿਆ ਕਿ ਇੱਕ ਇੰਟਰਵਿਊ, ਪਹਿਲੀ ਇੰਟਰਵਿਊ ਪੰਜਾਬ 'ਚ ਹੋਈ, ਦੂਜੀ ਇੰਟਰਵਿਊ ਰਾਜਸਥਾਨ 'ਚ ਹੋਈ। ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਦੇ CIA ਸਟਾਫ ਦੇ, CIA ਦੇ ਉੱਥੇ ਦਫ਼ਤਰ 'ਚ ਹੋਈ। ਤੇ ਖਰੜ ਚੰਡੀਗੜ੍ਹ ਦੇ ਨਾਲ ਲੱਗਦਾ ਖੇਤਰ ਹੈ ਤੇ ਉੱਥੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ। ਦੂਸਰੀ ਇੰਟਰਵਿਊ ਉਹਨਾਂ ਦੀ ਰਾਜਸਥਾਨ ਦੀ ਜੇਲ੍ਹ 'ਚ ਹੋਈ ਦੱਸੀ ਗਈ। ਹੁਣ ਇਸ ਪਹਿਲੂ ਨੂੰ ਲੈ ਕੇ ਹੁਣ ਸਵਾਲ ਤੁਹਾਡਾ ਬਿਲਕੁਲ ਦਰੁਸਤ ਹੈ ਕਿ ਹੁਣ ਡੀਜੀਪੀ ਸਾਹਿਬ ਦੇਣ ਜਵਾਬ। ਡੀਜੀਪੀ ਗੌਰਵ ਯਾਦਵ ਜਨਤਕ ਤੌਰ ਤੇ ਸਾਹਮਣੇ ਆਏ ਸੀ, ਉਹਨਾਂ ਨੇ ਸਾਹਮਣੇ ਆ ਕੇ ਦਾਅਵਾ ਕੀਤਾ ਕਿ ਪੰਜਾਬ 'ਚ ਕੋਈ ਇੰਟਰਵਿਊ ਨਹੀਂ ਹੋਈ ਜੀ, ਪੰਜਾਬ 'ਚ ਅਜਿਹਾ ਕੁਛ ਨਹੀਂ ਵਾਪਰਿਆ, ਹੈ ਨਾ, ਕਿਤੇ ਕੋਈ ਇੰਟਰਵਿਊ ਨਹੀਂ ਹੈਗੀ। ਜੇ ਇਹ ਗੱਲ ਹੈ ਫਿਰ ਹੁਣ ਉਹ ਕਿਵੇਂ ਦੱਸਣਗੇ ਕਿ ਹਾਂ ਹੁਣ ਆਹ ਕੀ ਹੈ ਜੀ? ਬਿਲਕੁਲ ਸਿੱਟ ਦੀ ਰਿਪੋਰਟ ਕਹਿੰਦੀ ਹੈ। ਉਹਨਾਂ ਨੇ ਤਾਂ ਇਹ ਵੀ ਕਹਿਤਾ ਸੀਗਾ ਦੇਖੋ ਜੀ ਇੱਥੇ ਵਾਲ ਕੱਟੇ ਹੋਏ ਨੇ, ਇੱਥੇ ਵਾਲ ਛੋਟੇ ਨੇ, ਇੱਥੇ ਵੱਧ ਗਏ ਜੀ, ਦਾੜੀ ਰੱਖੀ ਹੈ, ਨਹੀਂ ਰੱਖੀ। ਅਗਲੇ ਦਿਨ ਉਸੇ ਹੁਲੀਏ 'ਚ ਆ ਗਏ। ਪਹਿਲੀ ਇੰਟਰਵਿਊ 14 ਮਾਰਚ 2023 ਨੂੰ ਜਨਤਕ ਹੁੰਦੀ ਹੈ ਜੀ। ਦੂਸਰੀ ਇੰਟਰਵਿਊ 17 ਮਾਰਚ 2023 ਨੂੰ ਜਨਤਕ ਹੁੰਦੀ ਹੈ। ਜਦੋਂ 14 ਮਾਰਚ ਵਾਲੀ ਇੰਟਰਵਿਊ ਜਨਤਕ ਹੁੰਦੀ ਹੈ ਉਹਦੇ ਵਿੱਚ ਲਾਰੈਂਸ ਬਿਸ਼ਨੋਈ ਦਾਅਵਾ ਕਰਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਮੇਰੀ ਭੂਮਿਕਾ ਹੈ, ਮੈਂ ਕਰਾਇਆ ਜਾਂ ਮੈਂ ਕੀਤਾ, ਅਸੀਂ ਕਰਾਇਆ, ਹੈ ਨਾ, ਸੋ ਜ਼ਿੰਮੇਵਾਰੀ ਲੈਂਦਾ। ਉਹ ਤੋਂ ਬਾਅਦ ਇਹ ਸਵਾਲ ਜਦੋਂ ਉੱਠਦੇ ਨੇ ਕਿ ਜੇਲ੍ਹ ਚੋਂ ਅੰਦਰੋਂ ਕਿਵੇਂ ਹੋਗੀ ਜੀ, ਪੁਲਿਸ ਦੀ ਕਸਟਡੀ ਚੋਂ ਕਿਵੇਂ ਹੋਗੀ ਜੀ, ਹੈ ਨਾ, ਤਾਂ ਉਸ ਮਸਲੇ ਤੇ ਫਿਰ ਡੀਜੀਪੀ ਸਾਹਿਬ ਪੱਖ ਪੂਰਦੇ ਆ। ਪਰ ਦੂਸਰੀ ਇੰਟਰਵਿਊ 17 ਮਾਰਚ ਨੂੰ 3 ਦਿਨਾਂ ਬਾਅਦ ਜਦੋਂ ਜਨਤਕ ਹੁੰਦੀ ਹੈ ਫਿਰ ਅਗਲਾ ਸਪੈਸ਼ਲ ਉਹਦਾ ਵੀ ਜਵਾਬ ਦਿੰਦਾ ਕਿ ਚੱਕੋ ਬੈਰਕ ਵੀ ਦੇਖ ਲਓ ਮੇਰੀ, ਅੰਦਰੋਂ ਹੀ ਹੋਈ ਹੈ। ਹੁਣ ਜਿਹੜੀ
ਜਿਹੜੀ ਇਹ ਰਿਪੋਰਟ ਆਈ ਸਿੱਟ ਦੀ, ਉਹਦੇ ਵਿੱਚ ਸਾਫ਼ ਹੋ ਗਿਆ ਕਿ ਜਿਹੜੀ 14 ਮਾਰਚ ਔਰ 17 ਮਾਰਚ ਨੂੰ ਰਿਲੀਜ਼ ਹੋਈਆਂ ਨੇ ਇੰਟਰਵਿਊਆਂ, ਇਹਨਾਂ ਚੋਂ ਪਹਿਲੀ ਇੰਟਰਵਿਊ 3 ਜਾਂ 4 ਸਤੰਬਰ ਨੂੰ 2022 ਚ ਹੋਈ ਹੈ। ਮਤਲਬ ਹੁਣ ਤੁਸੀਂ ਮਾਰਚ ਚ ਇੰਟਰਵਿਊ ਦੇ ਸਮੇਂ ਉਹਦੇ ਨਾਲ ਚਿਹਰਾ ਮਿਲਾਈ ਜਾਓਗੇ ਤਾਂ ਸਤੰਬਰ ਤੇ ਮਾਰਚ ਚ ਬਹੁਤ ਫਰਕ ਆ ਗਿਆ। ਬਿਲਕੁਲ ਠੀਕ ਹੈ ਨਾ। ਸੋ ਉਹ ਕਹਿੰਦੇ ਜੀ 3-4 ਸਤੰਬਰ 2022 ਨੂੰ ਪਹਿਲੀ ਇੰਟਰਵਿਊ ਖਰੜ ਦੇ CIA ਸਟਾਫ ਤੇ ਉੱਤੇ ਹੋਈ ਹੈ ਤੇ ਦੂਸਰੀ ਇੰਟਰਵਿਊ ਦੀ ਰਾਜਸਥਾਨ ਦੀ ਜੇਲ੍ਹ ਚ ਹੋਈ ਹੈ। ਹੁਣ ਪੰਜਾਬ ਦੇ DGP ਸਾਹਿਬ ਤਾਂ DGP ਸਾਹਿਬ, ਪੰਜਾਬ ਦੇ ਗ੍ਰਹਿ ਮੰਤਰੀ ਸਾਹਿਬ ਬੋਲਣਗੇ, ਜ਼ਿੰਮੇਵਾਰੀ ਲੈਣਗੇ ਜੀ। ਬਿਲਕੁਲ ਹੈ ਨਾ। ਪੰਜਾਬ ਦੇ ਗ੍ਰਹਿ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਵੀ ਨੇ। ਹਾਂ, ਮਾਣਯੋਗ ਅਦਾਲਤ ਨੇ ਇੱਕ ਟਿੱਪਣੀ ਬਹੁਤ ਕਮਾਲ ਦੀ ਕੀਤੀ ਪ੍ਰਵੀਨ ਜੀ ਇਸ ਮਸਲੇ ਜੀ ਜੀ। ਉਹ ਕਹਿੰਦੇ ਹੁਣ ਆ ਸਾਬਤ ਤਾਂ ਹੋ ਗਿਆ ਕਿ ਇੰਟਰਵਿਊ ਪੰਜਾਬ ਚ ਔਰ ਰਾਜਸਥਾਨ ਚ ਹੋਈ, ਪਰ ਦੇਖਿਓ ਕਿਤੇ ਹੇਠਲੇ ਮੁਲਾਜ਼ਮਾਂ ਦੇ ਉੱਤੇ ਗਾਜ ਤੇ ਸਿੱਟ ਕੇ ਨਾ ਸਾਰ ਲਿਓ। ਠੀਕ ਹੈ। ਮਤਲਬ ਪ੍ਰਵੀਨ ਜੀ ਕੀ ਥਾਣੇ ਦਾ ਮੁਨਸ਼ੀ, ਮੈਂ ਕਹਿੰਦਾ ਮੁਨਸ਼ੀ ਛੱਡੋ, ਥਾਣੇਦਾਰ ਹੋਰ ਛੱਡੋ, DSP ਤੱਕ ਦੇ ਰੈਂਕ ਦਾ ਅਧਿਕਾਰੀ ਵੀ ਐਡਾ ਬੜਾ ਰਿਸਕ ਨਹੀਂ ਲੈ ਸਕਦਾ ਕਿ ਉਹ ਆਪਣੇ ਦਮ ਤੇ ਇਸ ਬੰਦੇ ਦੀ ਏਦਾਂ ਮੀਡੀਆ 'ਚ ਰਿਪੋਰਟ ਕਰਾ ਦੇਵੇ। ਔਰ ਉਹ ਇੰਟਰਵਿਊ ਕੋਈ ਚੋਰੀ ਛਿਪੇ 2 ਮਿੰਟ 4 ਮਿੰਟ ਦੀ ਨਹੀਂ ਗੀ, ਪੂਰੀ ਐਨ ਸੈਟਅਪ ਵਾਂਗ ਲੱਗ ਕੇ ਹੈ, ਪੂਰੀ ਪ੍ਰੋਪਰ ਹੈ। ਸੋ ਇਸ ਲਈ ਇਹਦਾ ਮਤਲਬ ਇਹ ਤਾਰਾਂ ਉੱਪਰੋਂ ਖੜਕੀਆਂ, ਉੱਪਰੋਂ ਕਿਤੋਂ ਹੁਕਮ ਆਏ ਨੇ ਵੱਡੇ। ਸੋ ਜੇ ਉਹ ਹੁਕਮਾਂ ਦੇ ਹਿਸਾਬ ਨਾਲ ਨੇ, ਫਿਰ ਵੱਡੀਆਂ ਫੀਤੀਆਂ ਵਾਲੇ, ਵੱਡੇ ਸਟਾਰਾਂ ਵਾਲੇ ਤੇ ਵੱਡੇ ਤੁਰਲਿਆਂ ਵਾਲੇ ਕਈ ਫਸ ਸਕਦੇ ਆ। ਹੁਣ ਕੀ ਉੱਥੇ ਤੱਕ ਸੇਕ ਜਾਊਗਾ ਤੇ ਕੀ ਸਰਕਾਰ ਇਹਦੀ ਜ਼ਿੰਮੇਵਾਰੀ ਲਏਗੀ? ਹੁਣ ਮਤਲਬ ਜਿਹੜੀ ਸਰਕਾਰ 'ਚ ਘਟਨਾ ਵਾਪਰਦੀ ਹੈ, ਅੱਜ ਸੁਖਬੀਰ ਬਾਦਲ ਕਟਹਿਰੇ 'ਚ ਖੜਾ ਹੈ, ਉਹ ਬੇਸ਼ੱਕ ਮਤਲਬ ਕਿ ਇਹ ਸ਼ੰਕੇ ਸ਼ੋਭੇ ਵੀ ਅਕਾਲੀ ਦਲ ਦੇ ਹਵਾਲੇ ਨਾਲ ਲੱਗ ਰਹੇ ਸੀਗੇ ਕਿ ਕੀ ਬੇਅਦਬੀ 'ਚ ਤਾਂ ਨਹੀਂ ਇਹਨਾਂ ਦਾ ਹੱਥ, ਹੈ ਨਾ। ਪਰ ਆਪਾਂ ਉਸ ਪਹਿਲੂ ਤੇ ਨਹੀਂ ਜਾਂਦੇ। ਮਤਲਬ ਇਹ ਗੱਲ ਛੇਤੀ ਮਨ ਨੂੰ ਵੀ ਨਹੀਂ ਲੱਗਦੀ ਕਿ ਇਸ ਹੱਦ ਤੱਕ ਵੀ ਕੋਈ ਕਰ ਸਕਦਾ। ਪਰ ਸਰਕਾਰ ਤੁਹਾਡੀ 'ਚ ਜੋ ਕੁਝ ਵਾਪਰਿਆ, ਤੁਸੀਂ ਉਹਨੂੰ ਰੋਕਣ 'ਚ ਕਾਮਯਾਬ ਵੀ ਨਹੀਂ, ਤੁਸੀਂ ਦੋਸ਼ੀਆਂ ਨੂੰ ਫੜਨ 'ਚ ਕਾਮਯਾਬ ਨਹੀਂ, ਤੇ ਜ਼ਿੰਮੇਵਾਰ ਹੋ ਨਾ ਤੁਸੀਂ। ਸੋ ਇਸ ਜ਼ਿੰਮੇਵਾਰੀ ਤੋਂ ਅਕਾਲੀ ਦਲ ਕਦੇ ਨਹੀਂ ਹੁਣ ਬਚ ਸਕਦਾ, ਉਹਦੇ ਗਲ ਪੈ ਗਿਆ ਉਹ। ਉਸੇ ਤਰ੍ਹਾਂ ਫਿਰ ਹੁਣ ਗ੍ਰਹਿ ਮੰਤਰੀ ਸਾਹਿਬ ਤੁਸੀਂ ਹੋ, ਫਿਰ ਹਾਂਜੀ ਤੁਸੀਂ ਵੀ ਨਹੀਂ ਭੱਜ ਸਕਦੇ, ਤੁਸੀਂ ਵੀ ਨਹੀਂ ਹੁਣ ਭੱਜ ਸਕਦੇ। ਲਾਰੈਂਸ ਬਿਸ਼ਨੋਈ ਨੂੰ ਲਗਾਤਾਰ ਜੇ ਮਤਲਬ 2 ਇੰਟਰਵਿਊਆਂ ਤੋਂ ਬਾਅਦ ਵੀ ਕੰਮ ਰੁਕਿਆ ਨਹੀਂ। ਅਗਲਾ ਗੁਜਰਾਤ ਦੀ ਜੇਲ੍ਹ ਚੋਂ ਵੀ ਉੱਥੇ ਮਤਲਬ ਡੌਨ ਨੂੰ ਵਧਾਈਆਂ ਦੇ ਰਿਹਾ ਹੈ ਪਾਕਿਸਤਾਨ। ਹਾਂਜੀ ਪਾਕਿਸਤਾਨ ਦੇ ਵਿੱਚ, ਬਿਲਕੁਲ। ਸੋ ਇਹਦਾ ਮਤਲਬ ਉਹਨੂੰ ਉੱਥੇ ਵੀ ਅਜੇ ਵੀ ਸਹੂਲਤ ਮਿਲ ਰਹੀ ਹੈ। ਤਾਂ ਉਹਦੀਆਂ ਤਾਰਾਂ ਕਿੰਨੀਆਂ ਉੱਪਰ ਤੱਕ ਜੁੜੀਆਂ ਸਿੱਧੀਆਂ, ਮਤਲਬ ਕਿਹੜੇ ਟਰਾਂਸਫਰ ਨਾਲ ਜੁੜੀਆਂ, ਇਹ ਜਾਂਚ ਦਾ ਵਿਸ਼ਾ। ਸੋ ਪਰ ਇਹ ਸਪਸ਼ਟ ਹੋ ਗਿਆ ਜੀ ਹੁਣ ਜੀ। ਔਰ ਹੁਣ ਇੱਕ ਵਾਰ ਮੁੜ ਕੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ DGP ਸਾਹਿਬ ਹੋਰਾਂ ਨੂੰ, ਦੱਸਣਾ ਚਾਹੀਦਾ ਕਿ ਭਾਈ ਹੁਣ ਦੱਸੋ ਕਿਵੇਂ, ਕਿਹੜੇ ਮੂੰਹ ਨਾਲ ਕਹਿੰਦੇ ਸੀਗੇ। ਹੁਣ ਵਕੀਲ ਸਾਹਿਬ ਅਦਾਲਤ 'ਚ ਕਹੀ ਜਾਂਦੇ ਜਨਾਬ ਪੁਲਿਸ ਦੀ ਕੁਝ ਕਾਲੀਆਂ ਭੇਡਾਂ। ਅੱਛਾ, ਠੀਕ ਹੈ। ਸੋ ਉਸ ਗੱਲ ਤੇ ਫਿਰ ਮਾਣਯੋਗ ਅਦਾਲਤ ਨੇ ਕਿਹਾ ਕਿ ਦੇਖਿਓ ਕਿਤੇ ਹੇਠਲਿਆਂ ਦੇ ਨਾ ਗਾਜ ਗੇਰ ਲਿਆਉਣਗੇ, ਤੇ ਜਾਂਚ ਸਿਰੇ ਤੱਕ ਲੈ ਕੇ ਜਾਏ ਕਿ ਕਿਹਦੇ ਹੁਕਮਾਂ ਨਾਲ ਹੋਈ ਹੈ ਸਾਰੀ ਇੰਟਰਵਿਊ। ਸੋ ਇਸ ਲਈ ਇਹ ਸਪਸ਼ਟ ਹੋ ਗਿਆ ਜੀ, ਖੁੱਲ ਗਿਆ ਰਾਜ ਹੁਣ ਜੀ। ਹਾਂ, ਮੂਸੇ ਵਾਲੇ ਦੇ ਬਾਪੂ ਨੇ ਹੁਣ ਸਵਾਲ ਚੱਕਿਆ, ਹੁਣ ਦੱਸੋ, ਹੁਣ ਬੋਲੋਗੇ? ਸਰਕਾਰ ਜਦ ਵੀ ਚੁੱਪ ਸੀ ਜਨਾਬ, ਸਰਕਾਰ ਹੁਣ ਵੀ ਚੁੱਪ। ਹਾਂਜੀ ਬਿਲਕੁਲ। ਦੇਖੋ ਸ਼ਰਮਾ ਜੀ, ਬਾਰੀਆਂ ਕੜੀਆਂ ਤਾਂ ਜੋੜਨ ਦੀ ਲੋੜ ਹੀ ਨਹੀਂ। ਦੇਖੋ ਜਿਹੜੇ ਦਾਅਵਾ ਕਰਦੇ ਸੀ ਕਿ ਇੱਥੇ ਨਹੀਂ, ਉਹ ਪੰਜਾਬ ਪੁਲਿਸ ਦਾ ਮੁਖੀ ਹੈ, ਤੇ ਜਿਹਨੇ SIT ਨੇ ਸਾਰਾ ਕੁਝ ਕੱਢ ਕੇ ਲਿਆਂਦਾ ਉਹ ਵੀ ਪੰਜਾਬ ਪੁਲਿਸ ਹੀ ਹੈ। ਸੋ ਕਿ ਇਹ ਤਾਂ ਇਹ ਕਹਿ ਨਹੀਂ ਸਕਦੇ ਕੋਈ ਬਾਹਰੋਂ ਆ ਕੇ ਏਜੰਸੀ ਕੋਈ ਪਾਕਿਸਤਾਨ ਦੀ, ਅਫਗਾਨਿਸਤਾਨ ਦੀ ਦਾਅਵਾ ਕਰ ਰਹੀ ਹੈ। ਇਹਨਾਂ ਦਾ ਆਪਦੇ ਵਿੰਗ ਦੇ ਵਿੱਚ ਹੀ ਅਫਸਰਾਂ ਨੇ ਜਾਂਚ ਕੀਤੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ NRIs ਦੀ। ਸਾਰੀਆਂ ਹੀ ਸਰਕਾਰਾਂ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਉਹ ਕਾਂਗਰਸ ਸੀ, ਤੇ ਚਾਹੇ ਹੁਣ ਆਮ ਆਦਮੀ ਪਾਰਟੀ ਵਾਲੇ, ਇਨਕਲਾਬ ਵਾਲੇ, ਇਹ ਤਾਂ ਵੋਟਾਂ ਤੋਂ ਪਹਿਲਾਂ ਤਾਂ ਖਾਸਾ ਆਉਂਦੇ ਸੀ ਬਾਹਰ ਅੰਦਰ, ਤੇ ਹੁਣ ਤਾਂ ਉਸ ਤੋਂ ਬਾਅਦ ਤਾਂ ਜ਼ਿਆਦਾ ਨਹੀਂ ਆਉਂਦੇ। ਖੈਰ ਹੁਣ ਤਾਂ ਕੇਂਦਰ ਸਰਕਾਰ ਮਨਜ਼ੂਰੀ ਵੀ ਨਹੀਂ ਦਿੰਦੀ ਕਿਉਂਕਿ ਸੰਵਿਧਾਨਕ ਅਹੁਦਿਆਂ ਤੇ ਬੈਠੇ ਨੇ। ਕਹਿੰਦੇ ਕਿ ਦਿੱਲੀ ਏਅਰਪੋਰਟ ਤੇ ਪੰਜਾਬੀਆਂ ਵਾਸਤੇ ਅਸੀਂ ਸਹੂਲਤ ਕੇਂਦਰ ਖੋਲਾਂਗੇ, ਪੰਜਾਬ ਸਰਕਾਰ ਨੇ ਦਾਅਵਾ ਕੀਤਾ। ਕੀ ਇਹ ਸਵਾਲ ਵਾਜਬ ਆ? ਤੁਸੀਂ ਦੱਸ ਦਿਓ ਜ਼ਰੂਰ ਕਿ ਦਿੱਲੀ ਏਅਰਪੋਰਟ ਤੇ ਤਾਂ ਚਲੋ ਸਹੂਲਤ ਕੇਂਦਰ ਖੁੱਲ ਜੂਗਾ, ਚਲੋ ਚੰਗੀ ਗੱਲ ਆ, ਵਧੀਆ ਉਪਰਾਲਾ ਹੈ, ਪਰ ਕੀ ਅਸੀਂ ਅੰਮ੍ਰਿਤਸਰ ਜਾਂ ਮੁਹਾਲੀ, ਚੰਡੀਗੜ੍ਹ ਏਅਰਪੋਰਟ ਲਈ ਵੀ ਉਨੀਆਂ ਹੀ ਪੈਰਵਾਈਆਂ, ਉਨੀਆਂ ਹੀ ਪੇਸ਼ਬੰਦੀਆਂ ਕਰੀਏ? ਜੀ ਦੇਖੋ, ਫਿਲਹਾਲ ਤਾਂ ਦਿੱਲੀ ਏਅਰਪੋਰਟ ਚੱਲ ਰਿਹਾ ਜੀ। ਮੋਹਾਲੀ ਵਾਲਾ, ਚੰਡੀਗੜ੍ਹ ਵਾਲਾ ਜਾਂ ਅੰਮ੍ਰਿਤਸਰ ਵਾਲਾ ਏਅਰਪੋਰਟ ਅਜੇ ਉਸ ਪੋਜੀਸ਼ਨ 'ਚ ਨਹੀਂ ਆਏ। ਹਾਂਜੀ। ਹਾਂ, ਉਹਦੇ ਲਈ ਉਹ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ, ਪਰ ਜਿਹੜਾ ਇਹ ਉਪਰਾਲਾ ਹੈ ਇਹ ਕਾਬਲੇ ਤਾਰੀਫ ਹੈ। ਹਾਂ, ਮਤਲਬ ਇਹਨੂੰ ਸਮਝੋ ਇੱਕ ਐਂਗਲ ਤੋਂ ਕਿ ਜਦੋਂ ਮੈਂ ਇਸ ਖਬਰ ਨੂੰ ਨਜ਼ਰਸਾਨੀ ਕਰ ਰਿਹਾ ਸੀਗਾ, ਮੈਂ ਦੇਖਿਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਦਿੱਲੀ ਏਅਰਪੋਰਟ ਦੇ ਉੱਤੇ ਅਸੀਂ NRI ਪੰਜਾਬੀਆਂ ਦੇ ਲਈ ਇੱਕ ਸਹੂਲਤ ਕੇਂਦਰ ਖੋਲਾਂਗੇ। ਜੀ। ਉਸ ਸਹੂਲਤ ਕੇਂਦਰ ਦੇ ਵਿੱਚ ਬਕਾਇਦਾ ਗੱਡੀਆਂ ਦਾ ਪ੍ਰਬੰਧ ਹੋਏਗਾ। ਠੀਕ ਹੈ ਜੀ। ਬਕਾਇਦਾ
ਪੈਸੇ ਦੀ ਤਬਦੀਲੀ ਦਾ ਪ੍ਰਬੰਧ ਹੋਏਗਾ, NRI ਦੀ ਕਮਰੇ ਦੀ ਲੋੜ ਹੈ, ਹੋਟਲ ਦੀ ਲੋੜ ਹੈ, ਪੰਜਾਬ ਭਵਨ 'ਚ ਠਹਿਰਾਓ ਕਰਾਉਣਾ ਹੈ, ਉਹਦਾ ਸਾਰਾ ਪ੍ਰਬੰਧ ਹੋਏਗਾ। ਹੋਰ ਛੱਡੋ, ਹੈ ਨਾ, ਉਹਨਾਂ ਨੂੰ ਕੋਈ ਮਤਲਬ ਫਲਾਈਟ ਲੈਣ 'ਚ ਦਿੱਕਤ ਆ ਰਹੀ ਹੈ, ਕੋਈ ਕਨੈਕਟਿੰਗ ਫਲਾਈਟ ਦੀ ਦਿੱਕਤ ਆ ਰਹੀ ਆ, ਕੋਈ ਸਮਾਨ ਨੂੰ ਲੈ ਕੇ ਦਿੱਕਤ ਆ ਰਹੀ ਆ, ਕਿਤੇ ਰਹਿਣ ਸਹਿਣ ਨੂੰ, ਖਾਣ ਪੀਣ ਨੂੰ ਲੈ ਕੇ ਦਿੱਕਤ ਆ ਰਹੀ ਹੈ, ਜਾਂ ਹੋਰ ਕੋਈ ਮਸਲਾ, ਉਹ ਸਾਰੇ ਮਸਲਿਆਂ ਦਾ ਹੱਲ ਖਾਸ ਕਰ ਪੰਜਾਬੀ NRI ਭਰਾਵਾਂ ਦੇ ਲਈ ਉਹ ਪੰਜਾਬ ਸਰਕਾਰ ਵੱਲੋਂ ਖੋਲ੍ਹਿਆ ਗਿਆ ਸਹੂਲਤ ਕੇਂਦਰ। ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਇੱਕ ਖਬਰ ਨਿਕਲੀ ਕਿ ਵੀ ਅਸੀਂ ਫੈਸਲਾ ਕਰ ਲਿਆ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ 3 ਦੇ ਉੱਤੇ ਅਸੀਂ ਸਹੂਲਤ ਕੇਂਦਰ ਖੋਲਣ ਜਾ ਰਹੇ ਹਾਂ ਜੀ। ਇੱਥੋਂ ਤੱਕ ਜਾਣਕਾਰੀ ਜਦੋਂ ਮੇਰੇ ਕੋਲ ਆਈ ਤਾਂ ਮੈਨੂੰ ਬੜਾ ਚੰਗਾ ਲੱਗਿਆ ਵੀ ਚੰਗਾ ਉਪਰਾਲਾ ਪੰਜਾਬ ਸਰਕਾਰ ਦਾ। ਹਾਂਜੀ ਹਾਂਜੀ, ਪੰਜਾਬ ਦੇ ਵਿੱਚ NRI ਭਰਾਵਾਂ ਦਾ ਵੱਡਾ ਯੋਗਦਾਨ ਹੈ। ਮਤਲਬ ਦਿੱਲੀ ਦੇ ਏਅਰਪੋਰਟ ਉੱਤੇ ਜੇ ਕੋਈ ਵੀ ਅੰਤਰਰਾਸ਼ਟਰੀ ਜਹਾਜ਼ ਉਤਰਦਾ ਤਾਂ ਉਹ ਚੋਂ 1 ਤੋਂ ਲੈ ਕੇ 10 ਵੀ ਪੰਜਾਬੀ ਜ਼ਰੂਰ ਉਤਰਦੇ ਆ। ਖਾਸ ਕਰ ਜੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਵਾਲੇ ਪਾਸਿਓਂ ਆਵੇ ਫਿਰ ਤਾਂ ਗਿਣਤੀ ਹੋਰ ਵੀ ਵੱਧ ਹੋ ਜਾਂਦੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇੱਥੇ ਤੱਕ ਮੈਨੂੰ ਚੰਗਾ ਲੱਗਿਆ। ਜਦੋਂ ਮੈਂ ਇਸ ਦੀ ਪੜਚੋਲ ਕੀਤੀ ਕਿ ਇਹਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਊਗਾ, ਕਿਵੇਂ ਇਹ ਚੱਲੂਗੀ, ਫਿਰ ਸਵਾਲ ਆਇਆ ਪ੍ਰਵੀਨ ਜੀ, ਇੱਕ ਨਿੱਜੀ ਕੰਪਨੀ ਨੂੰ ਕੰਟਰੈਕਟ ਦਿੱਤਾ। ਉਹ ਠੀਕ ਹੈ ਜੀ ਜੀ। ਹੁਣ ਤਾਂ ਮੇਰੇ ਖਿਆਲ ਹਾਂਜੀ, ਹੁਣ ਤਾਂ ਤੰਦਾਂ ਕੋਈ ਉਲਝੀਆਂ ਨਹੀਂ ਰਹਿ ਗਈਆਂ ਬਸ। ਇੱਥੋਂ ਜਾ ਕੇ ਫਿਰ ਸ਼ੰਕੇ ਸ਼ੋਭੇ ਪੈਦਾ ਹੁੰਦੇ ਆ। ਵੈਸੇ ਮੇਰਾ ਸਵਾਲ ਇਹ ਹੈ ਕਿ ਪੰਜਾਬ ਦੀ ਜਿਹੜੀ NRI ਸਭਾ ਹੈ ਉਹਨੇ ਕਿੰਨੇ NRIਆਂ ਦੇ ਮਸਲੇ ਹੱਲ ਕਰਤੇ? ਬਿਲਕੁਲ ਸਹੀ ਹੈ। NRI ਥਾਣੇ, NRI ਕਚਹਿਰੀਆਂ ਮੈਨੂੰ ਯਾਦ ਆਈਆਂ ਕਿ ਉਹਨਾਂ ਨੇ ਕਿੰਨੇ ਕੁ ਮਸਲੇ ਨਿਬੇੜਤੇ। ਤੇ ਮੈਨੂੰ ਲੱਗਿਆ ਕਿ ਉਸੇ ਕਤਾਰ 'ਚ ਇੱਕ ਹੋਰ ਸਹੂਲਤ ਕੇਂਦਰ ਨਾ ਕਿਤੇ NRI ਲਈ ਸ਼ਾਮਲ ਹੋ ਜਾਵੇ ਬਸ ਜੀ। ਕਿਉਂਕਿ ਜਦੋਂ ਨਿੱਜੀ ਕੰਪਨੀ ਆਈ ਤਾਂ ਨਿੱਜੀ ਕੰਪਨੀ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਟੈਂਟਾਂ ਦਾ ਪ੍ਰਬੰਧ ਵੀ ਕਰਦੀ ਆ, ਕੁਰਸੀਆਂ ਦਾ ਪ੍ਰਬੰਧ ਵੀ ਕਰਦੀ ਆ, ਹਾਰਾਂ ਢੋਲ ਵਾਲਿਆਂ ਦਾ ਪ੍ਰਬੰਧ ਵੀ ਕਰਦੀ ਆ, ਇਹਨਾਂ ਦੀ ਰੈਲੀਆਂ ਲਈ ਬੱਸਾਂ ਵੀ ਢੋਂਦੀ ਆ, ਇਹਨਾਂ ਲਈ ਆਟਾ ਪਿਆਉਣ ਵਾਲੀ ਸਕੀਮ ਵੀ ਇੱਕ ਕੰਪਨੀ ਕੋਲ, ਆਟਾ ਪਹੁੰਚਾਉਣ ਵਾਲੀ ਸਕੀਮ ਵੀ ਇੱਕ ਕੰਪਨੀ ਕੋਲ, ਮਤਲਬ ਨਿੱਜੀ ਕੰਪਨੀ। ਹੁਣ ਉਹ ਕੰਪਨੀਆਂ ਜਿਨ੍ਹਾਂ ਨੂੰ ਇਹ ਕੰਟਰੈਕਟ ਪੰਜਾਬ 'ਚ ਦਿੱਤੇ ਜਾ ਰਹੇ ਸੀ ਉਹ ਜ਼ਿਆਦਾਤਰ ਦਿੱਲੀ ਨਾਲ ਜੁੜੀਆਂ ਹੋਈਆਂ ਨੇ। ਬਿਲਕੁਲ ਸਹੀ ਹੈ ਜੀ, ਦਿੱਲੀ ਤੋਂ ਆਉਂਦੀਆਂ ਨੇ। ਹੁਣ ਤਾਂ ਲਾਉਣਾ ਹੀ ਅੱਡਾ ਦਿੱਲੀ ਏਅਰਪੋਰਟ ਤੇ ਹੈ। ਸਹੀ ਜੀ। ਕਿਤੇ ਪੰਜਾਬ ਦੇ ਖਜ਼ਾਨੇ ਨੂੰ NRI ਭਰਾਵਾਂ ਦੇ ਸਹਾਰੇ ਖੋਰਾ ਲਾਉਣ ਦੀ ਤਿਆਰੀ ਤਾਂ ਨਹੀਂ ਉਹਨਾਂ ਦੇ ਨਾਂ ਤੇ? ਮੈਨੂੰ ਲੱਗਿਆ ਵੀ ਪਰ ਇੰਨਾ ਵੀ ਨਹੀਂ ਆ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਗੱਡੀਆਂ ਤੱਕ ਦਾ ਉੱਥੇ ਪ੍ਰਬੰਧ ਕਰਕੇ ਦੇਵਾਂਗੇ। ਜਦੋਂ ਮੈਂ ਗੱਡੀਆਂ ਪਤਾ ਕੀਤੀਆਂ ਕਹਿੰਦੇ ਬਿਲਕੁਲ ਜੀ ਇਨੋਵਾ ਗੱਡੀਆਂ ਹੋਣਗੀਆਂ। ਮੈਂ ਕਿਹਾ ਫਿਰ ਤਾਂ ਠੀਕ ਆ ਵੀ 4 ਟੈਕਸੀ ਵੀ ਉਹ 'ਚ ਆ ਜਾਂਦੇ ਆ, 4 ਬੰਦੇ ਵੀ ਬਹਿ ਜਾਂਦੇ ਆ, ਤੇ ਉਹਨਾਂ ਨੂੰ ਹੋਟਲ ਪਹੁੰਚਾਉਣਾ, ਪੰਜਾਬ ਭਵਨ ਰੱਖਣਾ, ਠੀਕ ਆ। ਫਿਰ ਮੈਂ ਕਿਹਾ ਜੀ ਗੱਡੀਆਂ ਕਿੰਨੀਆਂ ਹੋਣਗੀਆਂ? ਕਹਿੰਦੇ 2 ਜੀ। 2 ਇਨੋਵਾ ਗੱਡੀਆਂ ਦਾ ਪ੍ਰਬੰਧ ਕੀਤਾ ਪ੍ਰਵੀਨ ਜੀ। ਫਿਰ ਤਾਂ ਉਹੀ ਕੰਮ ਹੋਊਗਾ ਕਿ ਪਿੰਡ 'ਚ ਵੋਟ ਵਾਲੇ ਦਿਨ, ਸਰਪੰਚ ਵਾਲੇ ਦਿਨ ਬੇਬੇ ਨੂੰ ਬਿਠਾ ਕੇ ਤਾਂ ਲੈ ਜਾਂਦੇ ਨੇ, ਵੋਟ ਪੈਣ ਤੋਂ ਬਾਅਦ ਬੇਬੇ ਲੱਭਦੀ ਰਹਿੰਦੀ ਹੈ, ਭਾਈ ਜਿਹੜੇ ਲਿਆਏ ਸੀ ਮੈਨੂੰ ਛੱਡਿਆ, ਉਹ ਕੋਈ ਛੱਡਣ ਵਾਲਾ ਕੋਈ ਨਹੀਂ ਲੱਭਦਾ। ਬਿਲਕੁਲ ਸਹੀ ਹੈ ਜੀ। ਸੋ 2 ਗੱਡੀਆਂ ਹਾਲ ਤਾਂ ਹੋਊਗਾ। ਸੋ ਇਸ ਲਈ ਇੱਕ ਪਾਸੇ ਇਹ ਮਤਲਬ ਕਾਗਜ਼ ਦੇ ਉੱਤੇ ਪੜ੍ਹਦੇ ਆ ਇਹ ਰਿਪੋਰਟ ਲੱਗਦਾ ਕਿ ਪੰਜਾਬ ਸਰਕਾਰ ਕਾਬਲੇ ਤਾਰੀਫ ਕੰਮ ਕਰ ਰਹੀ ਆ, NRI ਭਰਾਵਾਂ ਲਈ ਫਿਕਰਮੰਦ ਨਜ਼ਰ ਆ ਰਹੀ ਆ। ਪਰ ਜਦੋਂ ਮੈਂ ਨਿੱਜੀ ਕੰਪਨੀ ਦੀ ਇਨਵੋਲਵਮੈਂਟ ਦੇਖਦਾ ਹੈ ਨਾ, ਇਹਨੂੰ ਠੇਕਾ ਆਧਾਰਿਤ ਸਕੀਮ ਦੇਖਦਾ, ਤਾਂ ਮੈਨੂੰ ਲੱਗਦਾ ਕਿ ਇਹ ਫਿਰ ਪੰਜਾਬ ਦੇ ਖਜ਼ਾਨੇ ਨੂੰ ਇੱਕ ਹੋਰ ਨਵਾਂ ਬੋਰਡ ਲਾ ਕੇ, ਤਖਤੀ ਲਾ ਕੇ ਲੁੱਟਣ ਦੀ ਤਿਆਰੀ ਆ। ਇਹ ਜਾਂਚ ਦਾ ਵਿਸ਼ਾ ਜੀ। ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਅਕਾਲੀ ਦਲ ਬਾਦਲ ਦੀ। ਕਹਿੰਦੇ ਅਕਾਲੀ ਦਲ ਬਾਦਲ ਤਾਂ ਇੰਝ ਦਿਖਾ ਰਿਹਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਕੁਝ ਵਾਪਰਿਆ ਹੀ ਨਾ ਹੋਵੇ ਇਹਨਾਂ ਦੇ ਰਾਜ ਦੇ ਵਿੱਚ। ਦੇਖੋ, ਇਸ ਸਮੇਂ ਅਕਾਲੀ ਦਲ ਪੂਰੀ ਤਰ੍ਹਾਂ ਘਿਰਿਆ, ਸਵਾਲਾਂ ਦੇ ਘੇਰੇ 'ਚ ਹੈ, ਸੰਗਤ ਦੇ ਨਿਸ਼ਾਨੇ ਤੇ ਹੈ। ਇੱਥੋਂ ਤੱਕ ਕਿ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੈ ਜੀ। 30 ਅਗਸਤ ਨੂੰ ਪੰਜ ਸਿੰਘ ਸਾਹਿਬਾਂ ਨੇ ਬੈਠਕ ਬੁਲਾ ਲਈ ਹੈ ਔਰ 99% ਤੈਅ ਹੈ ਕਿ ਉਸ ਦਿਨ ਇਹਨਾਂ ਨੂੰ ਤਲਬ ਕਰਨ ਦਾ ਫੈਸਲਾ ਆਏਗਾ। ਉੱਥੇ ਤਲਬ ਕਰਕੇ ਫਿਰ ਇਹਨਾਂ ਨੂੰ ਤਨਖਾਹੀਆ ਕਰਾਰ ਦੇਣ ਦੀ ਪ੍ਰਕਿਰਿਆ, ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਸੰਗਤ ਦੇ ਵਿੱਚ ਅਕਾਲੀ ਦਲ ਬਾਦਲ ਵਾਲਿਆਂ ਨੂੰ ਵੀ ਤੇ ਅਕਾਲੀ ਦਲ ਬਾਦਲ ਦੇ ਬਾਗੀ ਧੜੇ ਵਾਲਿਆਂ ਨੂੰ ਵੀ ਖੜਾ ਕੇ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ। ਪਰ ਉਹ ਤੋਂ ਪਹਿਲਾਂ ਤਲਬ ਵਾਲੀ ਤਰੀਕ ਆਏਗੀ ਨਾ, ਜਿੱਦਾਂ 30 ਅਗਸਤ ਨੂੰ ਫੈਸਲਾ ਹੋਣਾ ਉਦਣ ਇਹੀ ਹੋਣਾ ਨਾ ਕਿ ਇੰਨੀ ਤਰੀਕ ਨੂੰ ਭਾਈ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ। ਜੀ ਜੀ ਬਿਲਕੁਲ। ਪਰ ਇਹ ਸਾਰੇ ਪ੍ਰਕਿਰਿਆਵਾਂ ਦੇ ਦਰਮਿਆਨ ਅਕਾਲੀ ਦਲ ਨੇ ਬਾਗੀ ਕੱਢੇ ਵੀ। ਮੈਂ ਹੁਣ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦੀ ਗੱਲ ਕਰ ਰਿਹਾ ਨਾ। ਹਾਂਜੀ ਹਾਂਜੀ ਬਿਲਕੁਲ। ਸੋ ਉਹਨਾਂ ਨੇ ਬਾਗੀ ਕੱਢੇ ਵੀ ਹੈ ਨਾ। ਕਮੇਟੀ, ਕੋਰ ਕਮੇਟੀ ਭੰਗ ਵੀ ਕੀਤੀ ਹੈ, ਨਵੀਂ ਕੋਰ ਕਮੇਟੀ ਬਣਾ ਵੀ ਲਈ ਹੈ। ਉਹ ਤੋਂ ਬਾਅਦ ਫਿਰ ਜੀ ਅਨੁਸ਼ਾਸਨੀ ਕਮੇਟੀ ਨੇ ਉਹ ਵੀ ਕੱਢਤੇ ਹੈ ਨਾ, ਢੀਂਡਸੇ ਹੋਰੀ ਵੀ ਕੱਢਤੇ ਜੀ ਹੈ। ਫਿਰ ਨਵੀਂ ਕੋਰ ਕਮੇਟੀ ਤੋਂ ਬਾਅਦ ਹੁਣ ਸੰਸਦੀ ਬੋਰਡ ਵੀ ਬਣਾ ਲਿਆ 5 ਮੈਂਬਰੀ ਬਣਾਉਣਾ, ਠੀਕ ਹੈ। 5 ਮੈਂਬਰੀ ਸੰਸਦੀ ਬੋਰਡ ਵੀ ਬਣਾ ਲਿਆ। ਨਵੀਂ ਕੋਰ ਕਮੇਟੀ ਦੀ ਬੈਠਕ ਕਰਕੇ ਫੈਸਲਾ ਵੀ ਲੈ ਲਿਆ ਕਿ ਅਸੀਂ ਜੀ 3 ਦਿਨ ਦਾ ਇਜਲਾਸ ਕਰਾਂਗੇ ਜੀ, ਚ ਪੰਜਾਬ ਦੀ ਪਾਣੀਆਂ ਨੂੰ ਫਿਕਰ ਲੈ ਕੇ, ਕੁਦਰਤੀ
ਮਤਲਬ ਜੋ ਵਰਤਾਰੇ ਸਾਡੇ ਨਾਲ ਵਾਪਰ ਰਹੇ ਨੇ ਉਹਨੂੰ ਲੈ ਕੇ, ਪੰਜਾਬ ਦੀ ਨੌਜਵਾਨੀ ਨੂੰ ਲੈ ਕੇ, ਅਕਾਲੀ ਦਲ ਤੇ ਸਿੱਖ ਪੰਥ ਦੀ ਸਥਿਤੀ ਨੂੰ ਲੈ ਕੇ ਅਸੀਂ ਇਹਨਾਂ ਤੇ ਮੰਥਨ ਕਰਾਂਗੇ। 3 ਰੋਜ਼ਾ ਵੱਡਾ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲੀ ਦਲ ਕਰੂਗਾ। ਅਸੀਂ ਜੀ ਇਸੜੂ ਕਰਨੈਲ ਸਿੰਘ ਇਸੜੂ ਦੀ ਸ਼ਹਾਦਤ ਦੇ ਮੌਕੇ ਕਾਨਫਰੰਸ ਵੀ ਕਰਾਂਗੇ। ਅਸੀਂ ਜੀ ਲੌਂਗੋਵਾਲ ਹੋਰਾਂ ਦੀ ਉਹਦੇ ਪਰ ਵੀ ਕਾਨਫਰੰਸ ਕਰਾਂਗੇ। ਸੋ ਇਹ ਸਾਰੇ ਪ੍ਰੋਗਰਾਮ ਚਾਕ ਆਊਟ ਕਰਕੇ ਐਲਾਨੇ ਜਾ ਰਹੇ ਨੇ। ਮਤਲਬ ਇਹ ਦਿਖਾਉਣ ਦੀ ਕੋਸ਼ਿਸ਼ ਆ ਕਿ ਅਕਾਲੀ ਦਲ ਦੇ ਅੰਦਰ ਕੁਝ ਨਹੀਂ ਵਾਪਰਿਆ, ਪਰ ਅਕਾਲੀ ਦਲ ਦੀ ਇਹ ਲੀਡਰਸ਼ਿਪ ਇਹ ਰੱਤਾ ਨਹੀਂ ਸਮਝ ਪਾ ਰਹੀ ਕਿ ਜਿਹੜੇ ਨਾਮ ਲੋਕਾਂ ਨੂੰ ਹੁਣ ਮਨਜ਼ੂਰ ਨਹੀਂ, ਜਿਹੜੇ ਚਿਹਰੇ ਲੋਕਾਂ ਨੂੰ ਹੁਣ ਮਨਜ਼ੂਰ ਨਹੀਂ, ਖਾਸ ਕਰ ਅਕਾਲੀ ਵਰਕਰਾਂ ਨੂੰ, ਅਕਾਲੀ ਸਮਰਥਕਾਂ ਨੂੰ ਪਸੰਦ ਨਹੀਂ, ਸਿੱਖ ਭਾਈਚਾਰੇ 'ਚ ਹੀ ਪ੍ਰਮਾਣਿਤ ਨਹੀਂ, ਤੁਸੀਂ ਰੋਜ਼ ਉਹਨਾਂ ਦੇ ਨਾਮ, ਉਹਨਾਂ ਦੀਆਂ ਫੋਟੋਆਂ ਅਖਬਾਰਾਂ 'ਚ ਜਨਤਕ ਕਰਾਉਂਦੇ। ਮਤਲਬ ਕੋਰ ਕਮੇਟੀ ਬਣਾਈ, ਉਹੀ ਨਾਮ ਸੀ ਨਾ ਮੁੜ ਘਿੜ ਕੇ, ਇਹਨਾਂ ਤੋਂ ਲੋਕ ਔਖੇ ਸੀ, ਹੈ ਨਾ। ਫਿਰ ਅਨੁਸ਼ਾਸਨੀ ਕਮੇਟੀ ਨੇ ਫੈਸਲੇ ਕਰ ਰਹੀ ਸੀ। ਅਨੁਸ਼ਾਸਨੀ ਕਮੇਟੀ 'ਚ ਕੌਣ ਹੈ? ਭੁੰਦੜ ਨੇ ਜੀ, ਉਹ ਗਰੇਵਾਲ ਹੈ, ਅਜੀ ਰਾਣੀਕੇ ਹੈ, ਇਹ ਸਾਰੇ ਨਾਮ ਕੋਰ ਕਮੇਟੀ 'ਚ ਵੀ ਹੈਗੇ। ਹੁਣ ਕੱਲ ਮੈਂ ਦੇਖ ਰਿਹਾ ਸੀ 5 ਮੈਂਬਰੀ ਸੰਸਦੀ ਬੋਰਡ ਬਣਾਇਆ, ਉਹਦਾ ਚੇਅਰਮੈਨ ਕੌਣ ਹੈ ਜੀ? ਭੁੰਦੜ ਹੈ ਜੀ, ਹੈ ਨਾ। ਤੇ ਉਹਦੇ ਵਿੱਚ ਕੌਣ ਹੈ ਜੀ? ਗੁਲਜ਼ਾਰ ਸਿੰਘ ਰਾਣੀਕੇ ਵੀ ਹੈ, ਮਹੇਸ਼ਿੰਦਰ ਗਰੇਵਾਲ ਵੀ ਹੈ, ਜਨਮੇਜਾ ਸਿੰਘ ਸੇਖੋਂ ਵੀ ਹੈ, ਦਲਜੀਤ ਸਿੰਘ ਚੀਮਾ ਵੀ ਹੈ, ਹੀਰਾ ਸਿੰਘ ਗਾਬੜੀਆ ਵੀ। ਮਤਲਬ ਉਹੀ ਨਾਮ, ਮੈਂ ਕਹਿੰਦਾ ਚੰਗਾ ਹੁੰਦਾ ਕਿ ਕੋਰ ਕਮੇਟੀ ਤੁਸੀਂ 5 ਨਾਂ 10 ਨਾਂ ਉਹ ਪਾਉਂਦੇ ਕਿ ਜਿਹੜੇ ਬਾਦਲ ਸਾਹਿਬ ਦੇ ਸਮੇਂ ਬਈ ਪੁਰਾਣੇ ਸਾਥੀ ਸੀ, ਜਿਹਨਾਂ ਨੂੰ ਅਸੀਂ ਕਦੇ ਕਮੇਟੀ 'ਚ ਲਿਆ ਹੀ ਨਹੀਂਗਾ। ਆ ਭਾਈ ਪੁਰਾਣੇ ਸਾਥੀ ਪਿੰਡਾਂ 'ਚ ਬੈਠੇ ਆ ਭਾਈ ਨਵੀਂ ਪਨੀਰੀ ਹੈ, ਜਿਹਨੂੰ ਕਦੇ ਕੋਈ ਅਹੁਦਾ ਹੀ ਨਹੀਂ ਦਿੱਤਾ। ਸ਼ਾਇਦ ਲੋਕ ਲੱਭ ਦੇ ਕੇ ਪਤਾ ਤਾਂ ਕਰੀਏ ਮੁੰਡਾ ਕਿਹਨਾਂ ਦਾ, ਸਹੀ ਬਿਲਕੁਲ, ਇਹ ਬਾਬਾ ਕਿਹੜੇ ਪਿੰਡ ਦਾ। ਪਰ ਤੁਸੀਂ ਸਾਰੇ ਨਾਂ ਉਹ ਨੇ ਜਿਨ੍ਹਾਂ ਨੂੰ ਪੰਜਾਬ ਨਕਾਰ ਚੁੱਕਿਆ, ਕੌਮ ਨਕਾਰ ਚੁੱਕੀ ਹੈ, ਧਿਰਾਂ ਜਿਨ੍ਹਾਂ ਦੇ ਕੰਮਾਂ ਤੋਂ ਹੁਣ ਔਖੀਆਂ ਨੇ, ਤੇ ਤੁਸੀਂ ਮੁੜ ਕੇ ਲੋਕਾਂ ਦੇ ਮੂਹਰੇ ਉਹ ਨਾਮ ਲਿਆ ਰਹੇ ਹੋ। ਸੋ ਪਰ ਅਕਾਲੀ ਦਲ ਰੋਜ਼ ਦੀ ਕੋਈ ਨਾ ਕੋਈ ਗਤੀਵਿਧੀ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੇ ਅੰਦਰ ਕੁਝ ਨਹੀਂ, ਸਾਡਾ ਤਾਂ ਨਾਰਮਲ ਚੱਲ ਰਿਹਾ ਕੰਮ। ਪਰ ਇੱਕ ਖੌਫ, ਇੱਕ ਫਿਕਰ ਤੇ ਇੱਕ ਸੁਖਬੀਰ ਬਾਦਲ ਤੇ ਵੱਡਾ ਦਬਾਅ ਇਸ ਗੱਲ ਦਾ ਹੈ ਕਿ ਵੀ ਪ੍ਰਧਾਨਗੀ ਛੱਡ ਦਿਓ, ਪੜਦੇ ਉੱਲਿਓ ਚਲਾਓ। ਪੜਦੇ ਉੱਲਿਓ ਚਲਾਉਣ ਲਈ ਵੀ ਸਲਾਹਾਂ ਇਸ ਲਈ ਦਿੱਤੀਆਂ ਜਾਂਦੀਆਂ ਕਿ ਪੈਸਾ ਤੁਸੀਂ ਖਰਚੋ, ਪੈਸਾ ਵੀ ਨਹੀਂ ਕੋਈ ਖਰਚਣਾ ਚਾਹੁੰਦਾ। ਸੋ ਇਹ ਵੀ ਪਹਿਲੂ ਹੈ। ਪਰ ਅਕਾਲੀ ਦਲ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ, ਉਹ ਆਪਾਂ ਸਾਰਿਆਂ ਨੂੰ ਹਰ ਰੋਜ਼ ਦੀ ਚਰਚਾ ਤੋਂ ਪਤਾ ਲੱਗਦਾ ਹੀ ਰਹਿੰਦਾ। ਦੇਖੋ ਸ਼ਰਮਾ ਜੀ, ਕਿਸੇ ਵੀ ਸੰਕਟ ਨੂੰ ਉਹਦਾ ਪ੍ਰਭਾਵ ਕਿੰਨਾ, ਇਹਨੂੰ ਆਂਕਲਣ ਦੇ, ਇਹਨੂੰ ਜੇ ਗਿਣਤੀ ਕਰਨੀ ਹੋਵੇ ਤਾਂ 3 ਤਰੀਕਿਆਂ ਨਾਲ ਹੀ ਕੀਤਾ ਜਾ ਸਕਦਾ, ਕਿ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ ਸਿਆਸੀ ਤੌਰ ਤੇ। ਜੇਕਰ ਸਿਆਸੀ ਪਾਰਟੀ ਦੇ ਐਂਗਲ ਤੋਂ ਆਪਾਂ ਦੇਖੀਏ, ਧਾਰਮਿਕ ਤੌਰ ਤੇ ਅੱਜ ਦੇਖ ਲਓ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਭਰੋਸੇਯੋਗਤਾ ਕਿੰਨੀ ਕੁ ਹੈ। ਦੂਜੇ ਸਮਾਜਿਕ ਤੌਰ ਤੇ ਦੇਖ ਲਓ ਕਿ ਅਕਾਲੀ ਦਲ ਦਾ ਜਿਹੜਾ ਵਰਕਰ ਆ ਉਹ ਕਿੰਨਾ ਕੁ ਇਹਨਾਂ ਦੇ ਨਾਲ ਤੁਰ ਰਿਹਾ, ਮਤਲਬ ਕਿੰਨਾ ਕੁ ਸਾਥ ਦੇ ਰਿਹਾ। ਤੇ ਜੇ ਸਿਆਸੀ ਤੌਰ ਤੇ ਦੇਖੀ ਤਾਂ ਪਿਛਲੀਆਂ 4 ਚੋਣਾਂ, ਜ਼ਿਆਦਾ ਨਹੀਂ, 2017, 2019, 2022 ਤੇ 24 ਦੀਆਂ ਚੋਣਾਂ ਦੇ ਨਤੀਜੇ ਦੇਖ ਲਓ ਤੁਸੀਂ। ਬਿਲਕੁਲ ਲਗਾਤਾਰ ਗ੍ਰਾਫ ਗਿਰਿਆ, ਡਿੱਗਿਆ ਹੀ ਹੈ ਗ੍ਰਾਫ ਤੋਂ ਬਾਹਰ ਹੁੰਦੇ ਆ। ਔਰ ਤੁਸੀਂ ਦੇਖੋ, ਆਪਾਂ ਇੱਕ ਦਿਨ ਚਰਚਾ ਵੀ ਕਰ ਰਹੇ ਸੀ ਨਾ, ਇਹ ਤਾਂ 2024 ਦੀਆਂ ਚੋਣਾਂ 'ਚ ਤਾਂ 6 ਉਮੀਦਵਾਰ ਹੈ ਜੇ ਸੀ ਜਿਹੜੇ ਲੱਖ ਦਾ ਅੰਕੜਾ ਵੀ ਨਹੀਂ ਪਾਰ ਕਰ ਸਕੇ ਵੋਟਾਂ 'ਚ। 10 ਦੀ ਜ਼ਮਾਨਤ ਜ਼ਬਤ ਹੋਣਾ, ਤੇ ਰਾਜਧਾਨੀ 'ਚ ਤੁਹਾਡਾ ਕੈਂਡੀਡੇਟ ਨਾ ਹੋਣਾ ਜਿਹੜੀ ਲਈ ਤੁਸੀਂ ਜਦੋਜਹਿਦ ਕਰਦੇ ਰਹੇ। ਔਰ ਜਲੰਧਰ 'ਚ, ਹਾਂਜੀ ਬਿਲਕੁਲ, ਚੰਡੀਗੜ੍ਹ 'ਚ ਵੀ ਕੁਝ ਹੋਇਆ, ਜਲੰਧਰ 'ਚ ਵੀ। ਹਾਂਜੀ, ਜਲੰਧਰ ਜਦੋਂ ਤੁਸੀਂ ਤੱਕੜੀ ਚੋਣ ਨਿਸ਼ਾਨ ਵਾਲੇ ਨੂੰ ਛੱਡ ਕੇ ਉਲਟਾ ਬਸਪਾ ਵਾਲੇ ਦੇ ਲਈ ਵੋਟਾਂ ਮੰਗਦੇ ਰਹੇ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਗੁਆਂਢੀ ਮੁਲਕ ਬੰਗਲਾਦੇਸ਼ ਦੀ ਰਾਜ ਸੀ ਉਥਲ ਪੁਥਲ ਕਾਫੀ ਹੈ, ਸਮਾਜਿਕ ਪੱਧਰ ਤੇ ਹਿੰਸਾ ਬਹੁਤ ਹੋਈ ਹੈ ਸਮਾਜ ਦੇ ਵਿੱਚ, ਔਰ ਲੋਕਾਂ ਨੇ ਸਾਹ ਲਿਆ ਸੀ ਸੁੱਖ ਦਾ ਕਿ ਚਲੋ ਜਿਹੜੇ ਤਾਨਾਸ਼ਾਹ ਸੀਗੇ ਉਹ ਤਾਂ ਮੁਲਕ ਦੇ ਵਿੱਚੋਂ ਚਲੇ ਗਏ ਨੇ, ਸ਼ੁਕਰ ਮਨਾਇਆ ਸੀਗਾ। ਪਰ ਹੁਣ ਘੱਟ ਗਿਣਤੀਆਂ ਥੋੜੇ ਜਿਹੇ ਸਹਿਮ ਦੇ ਮਾਹੌਲ ਦੇ ਵਿੱਚ ਨੇ। ਕਾਰਨ ਇਹ ਹੈ ਕਿ ਮੰਦਰਾਂ ਤੇ ਗੁਰਦੁਆਰਾ ਸਾਹਿਬਾਨ ਤੇ ਉੱਥੇ ਹਮਲੇ ਹੋ ਰਹੇ ਨੇ, ਇਸੇ ਕਰਕੇ ਘੱਟ ਗਿਣਤੀ ਜਿਹੜਾ ਭਾਈਚਾਰਾ ਉਹ ਸਹਿਮ ਦੇ ਮਾਹੌਲ ਦੇ ਵਿੱਚ ਹੈ ਬੰਗਲਾਦੇਸ਼ ਦੇ ਵਿੱਚ। ਪ੍ਰਵੀਨ ਜੀ, ਇਹ ਭਾਰਤ ਲਈ ਵੀ ਫਿਕਰਮੰਦ ਵਾਲੀ ਸਥਿਤੀ ਹੈ। ਜੀ ਉਹਨਾਂ ਘਟਨਾਵਾਂ ਦਾ ਅਸਰ ਕਈ ਵਾਰ ਸਾਡੇ ਮੁਲਕ ਤੱਕ ਵੀ ਆਉਂਦਾ ਹੈ। ਇੱਥੇ ਵੀ ਭਾਈਚਾਰਕ ਟਕਰਾਅ ਵਧਣ ਦੇ ਖਤਰੇ ਹੋਰ ਵੱਧ ਜਾਂਦੇ ਨੇ, ਤੇ ਜਦੋਂ ਖਾਸ ਕਰ ਕੋਈ ਰਾਜਨੀਤਿਕ ਧਿਰਾਂ ਅਜਿਹੇ ਮਸਲਿਆਂ ਨੂੰ ਹਵਾ ਦਿੰਦੀਆਂ ਹੋਣ। ਔਰ ਭਾਰਤ ਲਈ ਫਿਕਰਮੰਦੀ ਇਸ ਲਈ ਵੀ ਹੈ ਕਿ ਸਾਡੇ ਆਲੇ ਦੁਆਲੇ ਗੁਆਂਢ ਦੇ ਵਿੱਚ ਖਾਸੀ ਮੁਲਕਾਂ ਦੇ ਵਿੱਚ ਅੱਗ ਲੱਗੀ ਹੈ। ਠੀਕ ਹੈ ਜੀ। ਮਤਲਬ ਜੇ ਤੁਹਾਡੇ ਗੁਆਂਢੀ ਘਰ 'ਚ ਅੱਗ ਲੱਗੀ ਹੋਈ ਤਾਂ ਸੇਕ ਤਾਂ ਤੁਹਾਡੇ ਤੱਕ ਆਊਗਾ ਨਾ। ਪਾਕਿਸਤਾਨ ਦੀ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਹੈ, ਹੈ ਨਾ। ਸ਼੍ਰੀਲੰਕਾ ਦੀ ਹਾਲਤ ਬਹੁਤ ਖਸਤਾ ਹੈ ਨਾ। ਨੇਪਾਲ ਅੱਜ ਕੱਲ ਚੀਨ ਦੀ ਗੋਦੀ 'ਚ ਬੈਠ ਗਿਆ, ਹੈ ਨਾ। ਉਹਦੇ ਇਸ਼ਾਰਿਆਂ ਤੇ ਉੱਥੇ ਹਾਲਤ ਚਾਹੇ ਜੋ ਮਰਜ਼ੀ ਹੋਗੀ, ਉਹ ਫਿਰ ਵੀ ਉਹੀ ਹਾਲ ਹੈ। ਇਸੇ ਤਰ੍ਹਾਂ ਹੁਣ ਬੰਗਲਾਦੇਸ਼। ਸੋ ਬੰਗਲਾਦੇਸ਼ ਦੇ ਵਿੱਚ ਪਹਿਲੀ ਨਜ਼ਰੇ ਲੱਗਦਾ ਕਿ ਰਾਜਨੀਤਿਕ ਤਖਤਾ ਪਲਟਾ ਹੈ। ਠੀਕ ਹੈ ਜੀ। ਪਹਿਲੀ ਨਜ਼ਰ 'ਚ ਲੱਗਦਾ ਕਿ ਰਾਜਨੀਤਿਕ ਇੱਕ ਰੋਸਾ ਹੈ। ਪਰ ਜਦੋਂ
ਆਵਾਮ ਸੜਕਾਂ ਤੇ ਉਤਰਦਾ ਨਾ, ਤਾਂ ਉਹਦੇ ਨਾਲ ਸ਼ਰਾਰਤੀ ਅੰਸਰ, ਹਿੰਸਕ ਅੰਸਰ ਉਹ ਵੀ ਉਸ ਭੀੜ ਦਾ ਹਿੱਸਾ ਬਣ ਜਾਂਦੇ ਨੇ। ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਆਪਣਾ ਕੰਮ ਸਾਧਣ ਦਾ। ਸੋ ਜਿਹੜੇ ਧਾਰਮਿਕ ਕੱਟੜਵਾਦ ਨੇ ਉਹ ਉਧਰ ਨੂੰ ਹੋ ਤੁਰਦੇ ਨੇ, ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਨੇ ਉਧਰ ਨੂੰ ਹੋ ਤੁਰਦੇ ਨੇ। ਹਾਲਤ ਇਹ ਹੈ ਕਿ ਪਿਛਲੇ 15 ਦਿਨਾਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ 75,000 ਕਰੋੜ ਟਕੇ ਦਾ ਨੁਕਸਾਨ ਹੋ ਚੁੱਕਿਆ। ਤੇ ਉੱਥੇ ਫੌਜ ਦੇ ਹੱਥ ਕੁਛ ਨਹੀਂ ਰਿਹਾ, ਉਹਨਾਂ ਦੇ ਕੰਟਰੋਲ 'ਚ ਨਹੀਂ ਰਿਹਾ, ਹੈਨਾ। ਸ਼ੇਖ ਹਸੀਨਾ ਦੇ ਘਰ 'ਚ ਵੜ ਕੇ ਉਹਦੀਆਂ ਸਾੜੀਆਂ ਪਾ ਕੇ ਪ੍ਰਦਰਸ਼ਨਕਾਰੀ ਨੱਚਦੇ ਰਹੇ ਹੈ। ਤੇ ਇੱਧਰ ਜੇਲ੍ਹਾਂ 'ਚੋਂ ਕੈਦੀ, ਮੈਂ ਕੱਲ ਸ਼ਾਮ ਇਹ ਦੇਖ ਰਿਹਾ ਸੀਗਾ, 209 ਕੈਦੀ ਹੋਰ ਜੇਲ੍ਹ 'ਚੋਂ ਨਵੇਂ ਫਰਾਰ ਹੋ ਗਏ। ਠੀਕ ਹੈ, ਭਾਰਤੀ ਦੂਤਾਵਾਸ ਨੇ ਉੱਥੇ ਚੰਗਾ ਰੋਲ ਨਿਭਾਇਆ। ਉਹਨਾਂ ਨੇ ਬਹੁ ਗਿਣਤੀ ਭਾਰਤੀਆਂ ਨੂੰ ਜਿਹੜੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਉੱਥੋਂ ਕੱਢਿਆ। ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਕੌਂਸਲੇਟ ਜਨਰਲ ਦੇ ਦਫ਼ਤਰ ਦੇ ਵਿੱਚ ਵੀ 2 ਜਾਂ 3 ਮੁਲਾਜ਼ਮ ਜਿਨ੍ਹਾਂ ਨਾਲ ਕੰਮ ਸਰਦਾ ਸੀ ਉਹਨਾਂ ਨੂੰ ਇਹ ਰੱਖਿਆ, ਬਾਕੀ ਸਾਰਿਆਂ ਨੂੰ ਜਹਾਜ਼ ਚੜਾਇਆ, 에ਅਰ ਇੰਡੀਆ ਦਾ ਜਹਾਜ਼ ਲੈ ਕੇ ਉਹਨਾਂ ਨੂੰ ਵਾਪਸ ਆਇਆ। ਇਹ ਕੋਸ਼ਿਸ਼ ਹੋਈ। ਪਰ ਇਹ ਸਭ ਦੇ ਦਰਮਿਆਨ ਮੰਦਿਰਾਂ ਦੇ ਉੱਤੇ, ਗੁਰੂ ਘਰਾਂ ਦੇ ਉੱਤੇ ਜਾਂ ਸਿੱਖਾਂ ਦੇ ਉੱਤੇ, ਹਿੰਦੂਆਂ ਦੇ ਉੱਤੇ, ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਉੱਤੇ ਹਮਲੇ ਦੀਆਂ ਖਬਰਾਂ ਆਉਂਦੀਆਂ ਰਹੀਆਂ, ਪਰ ਸਪਸ਼ਟ ਜਾਣਕਾਰੀ ਨਹੀਂ ਆ ਰਹੀ। ਕਿੱਥੇ ਕਿੱਥੇ ਕੀ ਕੁਝ ਵਾਪਰਿਆ ਇਹਦਾ ਸਪਸ਼ਟ ਅੰਕਲਨ ਅਜੇ ਨਹੀਂ ਹੋ ਰਿਹਾ। ਮੈਂ ਕੱਲ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਦਾ ਬਿਆਨ ਵੀ ਨਸਰ ਕੀਤਾ, ਜਿਹੜਾ ਉਹਨਾਂ ਨੇ ਉਹਦੇ ਉੱਪਰ ਵੀ ਨਜ਼ਰਸਾਨੀ ਕਰ ਰਿਹਾ ਸੀ। ਐਸਜੀਪੀਸੀ ਦੇ ਪ੍ਰਧਾਨ ਹਰਿੰਦਰ ਸਿੰਘ ਧਾਮੀ ਹੋਰਾਂ ਨੇ, ਉਹਨਾਂ ਨੇ ਫਿਕਰ ਪ੍ਰਗਟਾਇਆ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਜਿਹੜੇ ਹਮਲੇ ਹੋ ਰਹੇ ਨੇ ਇਹ ਫਿਕਰਮੰਦੀ ਵਾਲੀ ਆ। ਚਾਹੇ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਮੰਦਿਰ ਨੇ, ਚਾਹੇ ਗੁਰੂ ਘਰ ਨੇ, ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਹਨਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਆ। ਦੇਖੋ, ਉੱਥੇ ਜਿੱਥੇ ਧਾਰਮਿਕ ਤੌਰ ਦੇ ਉੱਤੇ ਹਿੰਦੂਆਂ ਦੀ ਗਿਣਤੀ ਕਾਫੀ ਆ, ਹੈਨਾ, ਉੱਥੇ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਇਤਿਹਾਸਕ ਸਥਾਨ ਵੀ ਬਹੁਤ ਨੇ, ਹਿੰਦੂ ਮੰਦਿਰ ਵੀ ਤੇ ਗੁਰੂ ਘਰ ਵੀ। ਮਤਲਬ ਪਹਿਲੀ ਪਾਤਸ਼ਾਹੀ ਵੀ, 9ਵੀਂ ਪਾਤਸ਼ਾਹੀ ਵੀ, ਉਹਨਾਂ ਦੇ ਇਤਿਹਾਸਕ ਗੁਰੂ ਘਰ ਨੇ ਉੱਥੇ। ਜੇ ਮੈਂ ਉੱਥੇ ਜਨਸੰਖਿਆ ਦੇ ਹਿਸਾਬ ਨਾਲ ਦੇਖਾਂ ਤਾਂ 16 ਕਰੋੜ ਤੋਂ ਉੱਪਰ, ਲਗਭਗ 17 ਕਰੋੜ ਦੇ ਨੇੜੇ ਆਬਾਦੀ ਆ। 16 ਕਰੋੜ 72 ਲੱਖ ਕੁੱਲ ਮਤਲਬ ਬੰਗਲਾਦੇਸ਼ ਦੀ ਆਬਾਦੀ ਆ, ਜਿਹਦੇ ਵਿੱਚੋਂ ਤੁਸੀਂ ਅੰਦਾਜ਼ਾ ਲਾ ਲਓ ਕਿ 91% ਮੁਸਲਮਾਨ ਭਾਈਚਾਰਾ ਤੇ 8% ਹਿੰਦੂ ਹੈ। ਪਿਛਲੀ ਜਨਗਣਨਾ 'ਚ 8.5% ਸੀ, ਇਹ ਘਟ ਕੇ 8% ਰਹਿ ਗਿਆ। ਤੇ 1% ਹੋਰ ਭਾਈਚਾਰਾ ਜਿਹਦੇ ਵਿੱਚ ਸਿੱਖ ਵੀ ਸ਼ਾਮਲ ਹੈ। ਸੋ ਇਸ ਲਈ ਉੱਥੇ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ, ਅਜੇ ਪੂਰੀ ਮਤਲਬ ਸਥਾਨ ਆਧਾਰਿਤ, ਵਿਅਕਤੀ ਆਧਾਰਿਤ, ਮਹੱਲਾ, ਸ਼ਹਿਰ, ਕਸਬਾ ਆਧਾਰਿਤ ਰਿਪੋਰਟਾਂ ਆਉਣੀਆਂ ਨੇ। ਪਰ ਮੋਟੀ ਜਾਣਕਾਰੀ ਜਿਹੜੀ ਉਭਰੀ, ਜਿਹੜਾ ਗੁਬਾਰ ਉੜਦਾ ਦਿਖਦਾ ਕਿ ਉਹ ਦਿਖਦਾ ਕਿ ਮੰਦਿਰਾਂ ਤੇ ਹਮਲੇ ਵੀ ਹੋ ਰਹੇ ਨੇ, ਗੁਰੂ ਘਰਾਂ ਤੇ ਹਮਲੇ ਵੀ ਹੋ ਰਹੇ ਨੇ, ਹਿੰਦੂ ਸਿੱਖਾਂ ਤੇ ਵੀ ਹਮਲੇ ਹੋ ਰਹੇ ਨੇ, ਘੱਟ ਗਿਣਤੀਆਂ ਦੀਆਂ ਲੁੱਟਾਂ ਖੋਹ ਵੀ ਹੋ ਰਹੀਆਂ, ਕੁੱਟ ਮਾਰ ਕੇ, ਲੁੱਟ ਕੇ ਵੀ ਕਿਹਾ ਜਾਂਦਾ ਭਾਜੋ ਇੱਥੋਂ ਨਹੀਂ ਤਾਂ ਤੁਸੀਂ ਮਾਰੇ ਜਾਓਗੇ। ਪਰ ਕਿਤੇ ਵੀ ਚੰਗਿਆਈ ਦਾ ਬੀਜ ਨਾਸ ਨਹੀਂ ਹੁੰਦਾ। ਬਿਲਕੁਲ ਸਹੀ। ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀ ਸਾਹਮਣੇ ਆਏ, ਠੀਕ ਹੈ ਜੀ, ਉਹਨਾਂ 'ਚ ਮੁਸਲਮਾਨ ਮੁੰਡੇ ਨੇ, ਮੁਸਲਮਾਨ ਕੁੜੀਆਂ ਨੇ। ਉਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿੰਗਾਂ ਨੇ ਮੰਦਿਰਾਂ ਦੇ ਮੂਹਰੇ ਪਹਿਰੇ ਲਾਏ ਨੇ ਕਿ ਹਾਂ ਹੁਣ ਅਸੀਂ ਕਿਸੇ ਨੂੰ ਤੋੜਨ ਨਹੀਂ ਦਿਆਂਗੇ। ਠੀਕ ਹੈ, ਉਹ ਵੀ ਬੱਚੇ ਬਾਹਰ ਨਿਕਲੇ ਨੇ। ਸੋ ਇਸ ਲਈ ਚੰਗਾ ਵੀ ਸਾਰਾ ਕੁਛ ਹੈਗਾ, ਹੈਨਾ। ਪਰ ਇਹ ਹੈ ਕਿ ਜਦੋਂ ਭੀੜ ਵੱਲੋਂ ਕੁਛ ਹੁੰਦਾ ਹੈ ਤੇ ਭੀੜ ਦੇ ਵਿੱਚੋਂ ਇੱਕ ਵੀ ਬੰਦਾ ਪੱਥਰ ਮਾਰ ਦੇਵੇ ਤਾਂ ਭੀੜ ਸਾਰੀ ਭੀੜ ਦੇ ਰੂਪ 'ਚ ਮਗਰ ਤੁਰ ਪੈਂਦੀ ਹੈ, ਸਾਰੇ ਪੱਥਰ ਮਾਰ ਜਾਂਦੇ ਆ। ਇਸ ਲਈ ਇਹ ਮੱਦਭਾਗਾ ਹੈ। ਇਹਦਾ ਅਸਰ ਭਾਰਤ ਤੇ ਵੀ ਲੰਬੇ ਸਮੇਂ ਤੱਕ ਦੇਖਣ ਨੂੰ ਮਿਲ ਸਕਦਾ, ਕਿਉਂਕਿ ਬੰਗਲਾਦੇਸ਼ ਤੋਂ ਘੁਸਪੈਠ ਵਾਲਾ ਮਸਲਾ ਤਾਂ ਪਹਿਲਾਂ ਵੀ ਰਿਹਾ, ਹੈਨਾ। ਮਤਲਬ ਉਧਰੋਂ ਘੱਟ ਗਿਣਤੀਆਂ ਦਾ ਪਲਾਇਨ ਇੱਕ ਵੱਖਰਾ ਵਿਸ਼ਾ ਜੀ, ਹੈਨਾ। ਉਧਰ ਦੇ ਨਾਗਰਿਕਾਂ ਵੱਲੋਂ ਇੱਧਰ ਆ ਕੇ ਕੰਮਕਾਰ ਕਰਨਾ ਇੱਕ ਵੱਖਰਾ ਵਿਸ਼ਾ। ਹੁਣ ਉਹਨੂੰ ਕੁਝ ਧਿਰਾਂ ਇਸ ਪੱਖੋਂ ਲੈਂਦੀਆਂ ਨੇ ਕਿ ਘੁਸਪੈਠ ਹੈ ਜੀ, ਇੱਥੇ ਆ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਪਰ ਇਹ ਵੀ ਸੱਚਾਈ ਹੈ ਕਿ ਬੰਗਲਾਦੇਸ਼ ਦੀ ਜਿਹੀ ਜੀ ਹਾਲਤ ਹੈ ਜਿਹਦੇ ਕਾਰਨ ਸਾਰਾ ਕੁਝ ਵਾਪਰਿਆ, ਲੋਕ ਰੋਜੀ ਰੋਟੀ ਲੱਭਣ ਦੇ ਇਰਾਦੇ ਨਾਲ ਵੀ ਇੱਧਰ ਆ ਕੇ ਨਾਂ ਤੱਕ ਬਦਲ ਕੇ ਕੰਮ ਕਰਦੇ ਨੇ, ਬਿਲਕੁਲ, ਹੈਨਾ। ਤੇ ਉਹਨਾਂ ਦੀ ਗਿਣਤੀ ਦੇ ਉੱਤੇ ਵੀ ਕਈ ਸੂਬਿਆਂ 'ਚ ਰਾਜਨੀਤੀ ਚੱਲਦੀ ਹੈ, ਉਹ ਖੇਡ ਵੀ ਚੱਲਦਾ। ਸੋ ਇਸ ਘਟਨਾ ਤੋਂ ਬਾਅਦ ਉਹ ਹਮਲੇ ਵੀ ਵਧਣੇ, ਇਸ ਲਈ ਸਰਹੱਦੀ ਤੌਰ ਦੇ ਉੱਤੇ ਵੀ ਨਜ਼ਰਸਾਨੀ ਦੀ ਵੱਧ ਲੋੜ ਪਏਗੀ ਤੇ ਭਾਰਤ 'ਚ ਲੰਬੇ ਸਮੇਂ ਤੱਕ ਇਹਦਾ ਅਸਰ ਦੇਖਣ ਨੂੰ ਮਿਲ ਸਕਦਾ। ਹਾਂ, ਫਿਕਰਮੰਦੀ ਇਹ ਹੈ ਕਿ ਉੱਥੇ ਜੋ ਘੱਟ ਗਿਣਤੀਆਂ ਹਵਾਲੇ ਨਾਲ ਵਾਪਰ ਰਿਹਾ, ਉਹਦਾ ਅਸਰ ਇੱਧਰ ਰਾਜਨੀਤਿਕ ਪਾਰਟੀਆਂ ਦੀ ਆੜ ਦੇ ਵਿੱਚ ਜਾਂ ਰਾਜਨੀਤਿਕ ਧਿਰਾਂ ਦੇ ਕੁਝ ਇਸ਼ਾਰੇ ਨਾਲ, ਤੇ ਇੱਥੇ ਕੁਝ ਖਾਸ ਕਰ ਜਿਹੜੇ ਸੂਬਿਆਂ 'ਚ ਜ਼ਿਆਦਾ ਤਣਾਅ ਪਹਿਲਾਂ ਹੀ ਆ, ਯੂਪੀ, ਪੱਛਮੀ ਬੰਗਾਲ, ਜੇ ਉਹ ਏਦਾਂ, ਉੱਥੇ ਕਿਤੇ ਕੋਈ ਅਸਰ ਨਾ ਹੋਵੇ। ਦੇਖੋ, ਬਿਲਕੁਲ ਸਹੀ ਹੈ ਤੁਹਾਡੀ ਗੱਲ। ਪ੍ਰਚਾਰ ਤੰਤਰ ਨੇ ਤਾਂ ਕਹਿਣਾ ਹੀ ਆ ਜੀ, ਦੇਖੋ ਉੱਥੇ ਹਿੰਦੂਆਂ ਦਾ ਹਾਲ ਕਰਤਾ। ਮਨੁੱਖਤਾ ਦੇ ਨਾਂ ਤੇ ਦਾ ਨਾਰਾ ਥੋੜ੍ਹਾ ਮਾਰਨਾ, ਉਹਨਾਂ ਨੇ ਤਾਂ ਇਸ ਮਾਮਲੇ ਨੂੰ ਸਿਆਸੀਕਰਨ ਕਰਨਾ, ਇਹਦਾ ਜਿੰਨਾ ਵੀ ਲਾਹਾ ਲੈਣਾ ਇਹਦਾ ਸਿਆਸੀ ਤੌਰ ਤੇ, ਭਾਵੇਂ ਕੋਈ ਹੋਰ ਮਾਤਰ ਕੋਈ ਐਵੇਂ ਰਗੜਿਆ ਜਾਵੇ ਵਿੱਚ ਉਹਨਾਂ ਨੂੰ ਕੋਈ ਇਸ ਨਾਲ ਸਰੋਕਾਰ ਨਹੀਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।